ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਾਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਮਾਇਆ ਮੋਹ ਚੁਕਾਇਆ, ਗੁਰ ਮਤੀ ਸਹਿਜ ਸੁਪਾਏ। ਬਿਨ ਸ਼ਬਦ ਜਗ ਦੁਖੀਆ ਫਿਰੈ, ਮਨ ਮੁਖਾ ਨੋ ਗਈ ਖਾਏ। ਸ਼ਬਦੇ ਨਾਮ ਧਿਆਈਐ, ਸ਼ਬਦੇ ਸੱਚ ਸਮਾਏ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ, ਪਵਿੱਤਰ ਬਾਣੀ ਦਾ ਗੁਰਮਤ ਵਿਚਾਰਾਂ ਦੇ ਰਾਹੀਂ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 66 ਔਰ 67 ਦੇ ਉੱਪਰ ਸਬਾਏਮਾਨ ਹੈ। ਇਸ ਪਾਵਨ ਸ਼ਬਦ ਦੇ ਪਹਿਲੇ 3 ਪਦਿਆਂ ਦੀ ਵਿਚਾਰ ਆਪ ਜੀ ਨੇ ਕੱਲ ਸਰਵਨ ਕੀਤੀ ਸੀ। ਅਗਲੇਰੇ ਬਚਨਾਂ ਦੀ ਵਿਚਾਰ ਨਾਲ ਅੱਜ ਆਪਾਂ ਜੁੜਨ ਦਾ ਯਤਨ ਕਰਨਾ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਨੂੰ ਇੱਕ ਵਾਰ ਫਿਰ ਸਮਝ ਕੇ ਚੱਲੀਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਭਾਈ ਰੇ ਦਾਸਨ ਦਾਸਾ ਹੋਏ। ਹਰ ਇੱਕ ਨੂੰ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਆਖਦੇ ਨੇ ਕਿ ਹੇ ਮੇਰੇ ਵੀਰ, ਹੇ ਮੇਰੇ ਭਾਈ, ਤੂੰ ਗੁਰੂ ਚਰਨਾਂ ਦੇ ਵਿੱਚ ਆ ਕੇ ਦਾਸਰਿਆਂ ਦਾ ਵੀ ਦਾਸ ਬਣਨ ਦਾ ਯਤਨ ਕਰ। ਭਾਵ ਕਿ ਤੇਰੇ ਮਨ ਵਿੱਚ ਇੰਨੀ ਨਿਮਰਤਾ ਹੋਵੇ, ਤੇਰੇ ਮਨ ਦੀ ਅਵਸਥਾ ਇੰਨੀ ਨੀਵੀਂ ਹੋ ਜਾਏ ਕਿ ਤੂੰ ਦਾਸਰਿਆਂ ਦਾ ਵੀ ਦਾਸ ਬਣ ਜਾਏ, ਸੇਵਕਾਂ ਦਾ ਵੀ ਸੇਵਕ ਬਣ ਜਾਏ। ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ। ਗੁਰੂ ਚਰਨਾਂ ਦੇ ਵਿੱਚ ਆ ਕੇ ਮਨ ਦੀ ਅਵਸਥਾ ਦੇ ਵਿੱਚ ਨਿਮਰਤਾ ਵਾਲਾ ਗੁਣ ਲਿਆ ਕੇ ਜਦੋਂ ਅਸੀਂ ਗੁਰੂ ਸੇਵਾ ਵਿੱਚ ਜੁੜਾਂਗੇ ਤੇ ਇਹੀ ਸਾਡੇ ਵਾਸਤੇ ਭਗਤੀ ਹੈ। ਪਰ ਸਾਹਿਬ ਕਹਿੰਦੇ ਇਸ ਤਰ੍ਹਾਂ ਭਗਤੀ ਕੋਈ ਵਿਰਲਾ ਵਿਰਲਾ ਹੀ ਕਰਦਾ ਹੈ, ਦਾਸਰਿਆਂ ਦਾ ਦਾਸ ਬਣ ਕੇ, ਸੇਵਕਾਂ ਦਾ ਸੇਵਕ ਬਣ ਕੇ। ਕਿਉਂਕਿ ਭਗਤੀ ਜਿਹੜੀ ਹੈ ਉਹ ਹੰਕਾਰ ਦੇ ਨਾਲ ਨਹੀਂ ਹੁੰਦੀ। ਭਗਤੀ ਵਾਸਤੇ ਨਿਮਰਤਾ ਵਾਲਾ ਗੁਣ ਚਾਹੀਦਾ ਹੈ।
ਤੇ ਜਿੰਨਾ ਚਿਰ ਨਿਮਰਤਾ ਵਾਲਾ ਗੁਣ ਨਹੀਂ ਹੋਏਗਾ ਉਨਾ ਚਿਰ ਭਗਤੀ ਦਾ ਜਾਗ ਨਹੀਂ ਲੱਗੇਗਾ। ਔਰ ਦੂਸਰੀ ਗੱਲ ਸਤਿਗੁਰੂ ਜੀ ਨੇ ਸਮਝਾਈ ਕਿ ਸਾਡੇ ਮਨ ਉੱਤੇ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਪਿਆ ਹੈ। ਮਨ ਤ੍ਰੈ ਗੁਣੀ ਪ੍ਰਭਾਵ ਮਾਇਆ ਦੇ ਪ੍ਰਭਾਵ ਦੇ ਹੇਠ ਹੈ, ਰਜ ਗੁਣ, ਤਮ ਗੁਣ, ਸਤ ਗੁਣ। ਜਿਸ ਕਰਕੇ ਇਸ ਮਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਚੁਗਲੀ, ਇਹ ਮਨ ਵਿਕਾਰੀ ਹੋ ਗਿਆ। ਹੁਣ ਵਿਕਾਰੀ ਮਨ ਕਦੇ ਵੀ ਸੇਵਕਾਂ ਦਾ ਸੇਵਕ ਬਣਨ ਨੂੰ ਤਿਆਰ ਨਹੀਂ ਹੋਏਗਾ। ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਹੈ, ਮਾਇਆ ਦਾ ਅਸਰ ਹੈ, ਉਹ ਕਦੇ ਗੁਰੂ ਸੇਵਾ ਦੇ ਵਿੱਚ ਵੀ ਨਹੀਂ ਜੁੜੇਗਾ ਤੇ ਸੇਵਕਾਂ ਦਾ ਸੇਵਕ ਵੀ ਨਹੀਂ ਬਣੇਗਾ। ਕਿਉਂਕਿ ਇਹ ਜਿਹੜਾ ਮਾਇਆ ਦਾ ਪ੍ਰਭਾਵ ਇਹ ਹੰਕਾਰ ਦੇ ਵਿੱਚ ਰੱਖਦਾ ਹੈ। ਮਨੁੱਖ ਹਉਮੈ ਦੀ ਬੋਲੀ ਬੋਲਦਾ ਹੈ। ਇਹਦੇ ਅੰਦਰੋਂ ਮੈਂ ਦੀ ਆਵਾਜ਼ ਆਉਂਦੀ ਹੈ ਕਿ ਮੈਂ ਆ ਹਾਂ, ਮੈਂ ਇਹ ਹਾਂ, ਮੈਂ ਇਹ ਕੁਛ ਕੀਤਾ, ਮੈਂ ਆਹ ਕੁਛ ਕਰ ਦਿਆਂਗਾ। ਤੇ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਸਮਝਾਇਆ ਕਿ ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਦੋਂ ਤੱਕ ਮਾਇਆ ਦੇ ਪ੍ਰਭਾਵ ਹੇਠ ਇਹ ਮਨੁੱਖ ਕਹਿੰਦਾ ਹੈ ਕਿ ਮੈਂ ਕੀਤਾ, ਸਾਹਿਬ ਕਹਿੰਦੇ ਉਦੋਂ ਤੱਕ ਇਹ ਗਰਭ ਜੋਨੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਹੁਣ ਅੰਦਰ ਦੀ ਹਉਮੈ, ਅੰਦਰ ਦੀ ਮੈਂ ਨੂੰ ਖਤਮ ਕਰਨ ਵਾਸਤੇ ਇਸ ਮਾਇਆ ਦੇ ਪ੍ਰਭਾਵ, ਇਹਦੇ ਅਸਰ ਵਿੱਚੋਂ ਦੀ ਕੱਢਣਾ ਪੈਣਾ ਹੈ। ਉਹ ਤਾਂ ਨਿਕਲੇਗਾ ਜੇ ਗੁਰੂ ਚਰਨਾਂ ਦੇ ਵਿੱਚ ਜੁੜੇਗਾ, ਗੁਰੂ ਦਰ ਦੀ ਸੇਵਾ ਵਿੱਚ ਜੁੜੇਗਾ। ਇਸ ਹਉਮੈ ਨੇ ਅੰਦਰੋਂ ਤਾਂ ਦੂਰ ਹੋਣਾ ਜੇ ਅਸੀਂ ਸੇਵਾ ਵਿੱਚ ਜੁੜਾਂਗੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ, ਚਿਤ ਲਾਏ ਮਨ ਚਿੰਦਿਆਂ ਫਲ ਪਾਵਣਾ ਹਉਮੈ ਵਿੱਚੋਂ ਜਾਏ। ਇਸ ਹਉਮੈ ਨੇ ਅੰਦਰੋਂ ਚਲੇ ਜਾਣਾ ਹੈ। ਤੇ ਜਿਸ ਦਿਨ ਮਨ ਵਿੱਚੋਂ ਹਉਮੈ ਦਾ ਨਾਸ਼ ਹੋ ਗਿਆ, ਉਸ ਦਿਨ ਫਿਰ ਇਹ ਦਾਸਰਿਆਂ ਦਾ ਦਾਸ ਮਨ ਬਣ ਜਾਏਗਾ, ਸੇਵਕਾਂ ਦਾ ਸੇਵਕ ਹੋ ਜਾਏਗਾ। ਇਸ ਲਈ ਸਾਹਿਬ ਜੀ ਨੇ ਆਖਿਆ ਕਿ ਮਾਇਆ ਮੋਹ ਚੁਕਾਇਆ, ਜਿਹੜਾ ਮਾਇਆ ਦਾ ਮੋਹ ਹੈ, ਕਿਉਂਕਿ ਮਾਇਆ ਦੀ ਮਮਤਾ ਜਿਹੜੀ ਹੈ ਇਹ ਹਰ ਇੱਕ ਨੂੰ ਲੱਗੀ ਹੋਈ ਹੈ। ਇਹਨੇ ਮੋਹ ਪੈਦਾ ਕਰ ਦਿੱਤਾ ਇਸ ਸੰਸਾਰ ਦੇ ਵਿੱਚ, ਸੰਸਾਰ ਦੇ ਪ੍ਰਤੀ। ਚੁਕਾਇਆ ਦਾ ਅਰਥ ਹੁੰਦਾ ਦੂਰ ਕਰ ਦੇਣਾ, ਖਤਮ ਕਰ ਦੇਣਾ। ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ। ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਉਹਨਾਂ ਨੇ ਆਪਣੇ ਅੰਦਰ ਅਡੋਲਤਾ ਬਣਾ ਲਈ। ਸੁਭਾਏ ਦਾ ਅਰਥ ਹੁੰਦਾ ਪ੍ਰੇਮ ਦੇ ਸਹਿਤ, ਭਾਵਨਾ ਦੇ ਸਹਿਤ। ਜਦੋਂ ਗੁਰੂ ਚਰਨਾਂ ਦੇ ਵਿੱਚ ਜੁੜੇ ਤੇ ਗੁਰੂ ਚਰਨਾਂ ਦੇ ਵਿੱਚ ਅੰਦਰ ਪ੍ਰੇਮ ਪ੍ਰਭੂ ਪ੍ਰਤੀ, ਪਰਮੇਸ਼ਵਰ ਪ੍ਰਤੀ ਪੈਦਾ ਹੋਇਆ। ਉਸ ਪ੍ਰੇਮ ਦੇ ਸਦਕੇ ਅੰਦਰ ਸਹਿਜ ਆ ਗਿਆ। ਸਹਿਜ ਦਾ ਅਰਥ ਹੈ ਅਡੋਲਤਾ। ਜਦੋਂ ਅੰਦਰ ਪ੍ਰੇਮ ਦੇ ਸਹਿਤ ਅਡੋਲਤਾ ਬਣੀ, ਗੁਰੂ ਸਾਹਿਬ ਜੀ ਦੀ ਮੱਤ ਲੈ ਕੇ, ਤਾਂ ਉਹਨਾਂ ਅੰਦਰੋਂ ਫਿਰ ਮਾਇਆ ਦਾ ਮੋਹ ਜਿਹੜਾ ਸੀ ਉਹ ਸਦਾ ਵਾਸਤੇ ਦੂਰ ਹੋ ਗਿਆ। ਪਰ ਧਿਆਨ ਰੱਖਣਾ, ਗੁਰੂ ਸਾਹਿਬ ਦੀ ਮੱਤ ਜਿਹਨੇ ਲਈ ਹੈ, ਤੇ ਗੁਰੂ ਸਾਹਿਬ ਦੀ ਮੱਤ ਲੈਣ ਦਾ ਮਤਲਬ ਹੈ ਆਪਣੀ ਮੱਤ ਨੂੰ ਛੱਡਣਾ। ਜੇ ਅਸੀਂ ਆਪਣੀ ਮੱਤ ਨੂੰ ਛੱਡਾਂਗੇ ਤਾਂ ਗੁਰੂ ਦੀ ਮੱਤ ਲੈ ਹੋਵੇਗੀ। ਜਿਨ੍ਹਾਂ ਨੇ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਲੈ ਲਈ, ਉਹਨਾਂ ਅੰਦਰ ਫਿਰ ਪ੍ਰੇਮ ਪ੍ਰਭੂ ਪ੍ਰਤੀ ਪੈਦਾ ਹੋਇਆ ਤੇ ਪ੍ਰੇਮ ਸਹਿਤ ਅਡੋਲਤਾ ਬਣੀ ਤੇ ਮਾਇਆ ਦਾ ਮੋਹ ਅੰਦਰੋਂ ਮੁੱਕ ਗਿਆ। ਬਿਨ ਸ਼ਬਦੈ ਜਗ ਦੁਖੀਆ ਫਿਰੈ,
ਮਨ ਮੁਖਾਂ ਨੂੰ ਗਈ ਖਾਏ। ਪਰ ਜਿਹਨੇ ਗੁਰੂ ਚਰਨਾਂ ਵਿੱਚ ਸ਼ਬਦ ਦਾ ਆਸਰਾ ਨਹੀਂ ਲਿਆ, ਉਹ ਫਿਰ ਇਸ ਜਗਤ ਵਿੱਚ ਸਦਾ ਦੁਖੀ ਹੀ ਫਿਰਦੇ ਨੇ। ਤੇ ਜਿਹਨੇ ਗੁਰੂ ਚਰਨਾਂ ਵਿੱਚ ਸ਼ਬਦ ਦਾ ਆਸਰਾ ਨਹੀਂ ਲਿਆ, ਉਹਨੂੰ ਅਸੀਂ ਗੁਰਮੁਖ ਨਹੀਂ ਮਨਮੁਖ ਆਖਦੇ ਹਾਂ। ਤੇ ਉਹ ਮਨਮੁਖਾਂ ਨੂੰ ਫਿਰ ਇਸ ਮਾਇਆ ਨੇ ਖਾ ਲਿਆ। ਇਹ ਮਾਇਆ ਜਿਹੜੀ ਸੀ ਤ੍ਰੈ ਗੁਣੀ ਮਾਇਆ, ਇਹ ਮਨਮੁਖਾਂ ਨੂੰ ਖਾ ਗਈ, ਨਿਗਲ ਗਈ, ਭਾਵ ਇਹਨਾਂ ਦੀ ਇਨਸਾਨੀਅਤ ਖਤਮ ਕਰ ਦਿੱਤੀ। ਜਿਹੜੇ ਇਨਸਾਨੀਅਤ ਵਾਲੇ ਮਨੁੱਖਤਾ ਵਾਲੇ ਗੁਣ ਸੀ, ਉਹ ਇਸ ਮਾਇਆ ਨੇ ਖਾ ਲਏ। ਕਿਹਨਾਂ ਦੇ? ਜਿਹੜੇ ਮਨਮੁਖ ਸਨ, ਜਿਹੜੇ ਆਪਣੇ ਮਨ ਦੇ ਅਨੁਸਾਰ ਚੱਲਣ ਵਾਲੇ। ਪਰ ਜਿਹੜੇ ਗੁਰੂ ਚਰਨਾਂ 'ਚ ਜੁੜੇ ਆ, ਉਹ ਗੁਰੂ ਸਾਹਿਬ ਦੇ ਅਨੁਸਾਰ ਚੱਲਣ ਵਾਲੇ ਨੇ। ਇਸੇ ਲਈ ਗੁਰਮਤਿ ਦੀ ਗੱਲ ਕੀਤੀ ਹੈ ਕਿ ਜਿਹਨੇ ਗੁਰੂ ਦੀ ਮੱਤ ਲਈ, ਉਹਨੇ ਅੰਦਰੋਂ ਮਾਇਆ ਦਾ ਮੋਹ ਸਦਾ ਲਈ ਮੁਕਾ ਲਿਆ। ਤੇ ਜਿਹਨੇ ਗੁਰੂ ਦੀ ਮੱਤ ਨਹੀਂ ਲਈ, ਮਨ ਦੇ ਮਗਰ ਲੱਗਾ ਰਿਹਾ, ਉਹ ਮਨਮੁਖਾਂ ਨੂੰ ਗਈ ਖਾਏ। ਫਿਰ ਇਹ ਜਿਹੜੀ ਮਾਇਆ ਤ੍ਰੈ ਗੁਣੀ ਮਾਇਆ ਸੀ, ਇਹ ਮਨਮੁਖਾਂ ਨੂੰ ਖਾ ਗਈ। ਭਾਵ ਕਿ ਇਹਨਾਂ ਦੇ ਅੰਦਰ ਮਨੁੱਖਤਾ ਵਾਲਾ ਗੁਣ ਖਤਮ ਕਰ ਦਿੱਤਾ। ਇਨਸਾਨੀਅਤ ਵਾਲਾ ਗੁਣ ਇਹਨਾਂ ਦੇ ਅੰਦਰ ਖਤਮ ਹੋ ਗਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੀ ਅੰਮ੍ਰਿਤ ਬਾਣੀ ਵਿੱਚ ਜ਼ਿਕਰ ਕੀਤਾ। ਸਾਹਿਬ ਜੀ ਕਹਿੰਦੇ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਨਮੁਖਾਂ ਨੂੰ ਇਹ ਖਾ ਗਈ ਤ੍ਰੈ ਗੁਣੀ ਮਾਇਆ, ਪਰ ਗੁਰਮੁਖ ਬਚ ਗਏ, ਕਿਉਂਕਿ ਗੁਰਮੁਖਾਂ ਨੇ ਗੁਰੂ ਦੀ ਮੱਤ ਲੈ ਕੇ ਸੱਚ ਨਾਲ ਆਪਣਾ ਚਿੱਤ ਜੋੜ ਲਿਆ। ਗੁਰਮੁਖਾਂ ਨੇ ਗੁਰੂ ਸਾਹਿਬ ਦੀ ਮੱਤ ਲੈ ਕੇ ਸ਼ਬਦ ਦਾ ਅਭਿਆਸ ਕਰ ਲਿਆ। ਇਹ ਜਿਹੜੀ ਬਾਣੀ ਹੈ ਗੁਰਬਾਣੀ, ਇਹ ਸਾਨੂੰ ਮਾਇਆ ਦੇ ਵਿੱਚੋਂ ਬਚਾਉਣ ਵਾਸਤੇ ਹੈ, ਤਾਂ ਕਿ ਅਸੀਂ ਤ੍ਰੈ ਗੁਣੀ ਮਾਇਆ ਦੇ ਜਾਲ ਵਿੱਚੋਂ ਬਚ ਸਕੀਏ। ਤੇ ਉਹ ਗੁਰਬਾਣੀ ਸ਼ਬਦ ਦਾ ਅਭਿਆਸ ਹੀ ਬਚਾ ਸਕਦਾ ਹੈ। ਸਭ ਕਹਿੰਦੇ ਇਹ ਮਾਇਆ ਐਸੀ ਹੈ ਕਿ ਜਿਹਨੂੰ ਮੋਹ ਲਾ ਦਿੱਤਾ, ਤੇ ਜਿਹੜਾ ਇਹਦੇ ਮੋਹ ਜਾਲ ਵਿੱਚ ਫਸ ਗਿਆ, ਉਹਨੂੰ ਇਹਨੇ ਖਾ ਲਿਆ, ਨਿਗਲ ਲਿਆ। ਪਰ ਗੁਰਮੁਖ ਬਚ ਗਏ, ਕਿਉਂਕਿ ਗੁਰਮੁਖਾਂ ਉੱਤੇ ਇਹਦਾ ਅਸਰ ਨਹੀਂ ਹੋਇਆ, ਇਹਦਾ ਪ੍ਰਭਾਵ ਨਹੀਂ ਪਿਆ। ਗੁਰਮੁਖ ਉਬਰੇ ਕਿਉਂ? ਕਿਉਂਕਿ ਜਿਨੀ ਸੱਚ ਨਾਮ ਚਿਤ ਲਾਇਆ। ਉਹਨਾਂ ਨੇ ਆਪਣਾ ਚਿੱਤ ਸੱਚੇ ਨਾਮ ਦੇ ਨਾਲ ਜੋੜ ਲਿਆ। ਤੇ ਦੂਜੇ ਪਾਸੇ ਗੁਰੂ ਅਮਰਦਾਸ ਮਹਾਰਾਜ ਜੀ ਹੀ ਕਹਿ ਰਹੇ ਨੇ, ਸਭ ਕਹਿੰਦੇ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਇਸ ਕੀ ਸੇਵਾ ਜੋ ਕਰੈ, ਤਿਸ ਹੀ ਕੋ ਫਿਰ ਖਾਏ। ਇੱਕ ਨਾਗਨੀ ਸਪਨੀ ਦੀ ਤਰ੍ਹਾਂ ਹੈ, ਇਹ ਲਿਪਟੀ ਪਈ ਹੈ, ਹਰ ਇੱਕ ਜੀਵ ਨੂੰ ਲਿਪਟੀ ਪਈ ਹੈ। ਸਭ ਕਹਿੰਦੇ ਜਿਹੜਾ ਇਹਦੀ ਸੇਵਾ ਦੇ ਵਿੱਚ ਜੁੜ ਗਿਆ, ਸਾਨੂੰ ਆਖਿਆ ਸੀ ਤੂੰ ਗੁਰ ਸੇਵਾ ਦੇ ਵਿੱਚ ਜੁੜ, ਗੁਰ ਸੇਵਾ ਹੀ ਤੈਨੂੰ ਭਗਤੀ ਵੱਲ ਲੈ ਜਾਏਗਾ। ਗੁਰੂ ਸਾਹਿਬ ਦੇ ਦਰ ਦੀ ਸੇਵਾ ਤੈਨੂੰ ਭਗਤੀ ਦੇ ਰੰਗ ਵਿੱਚ ਰੰਗ ਦੇਗੀ। ਪਰ ਜਿਹੜਾ ਇਸ ਨਾਗਨੀ ਦੇ ਲਪੇਟ ਵਿੱਚ ਆਇਆ ਹੈ, ਉਹ ਇਹਦੀ ਸੇਵਾ ਵਿੱਚ ਲੱਗਾ ਹੋਇਆ ਹੈ। ਤੇ ਸਭ ਕਹਿੰਦੇ ਜਿਹੜਾ ਇਹਦੀ ਸੇਵਾ ਵਿੱਚ ਲੱਗਾ ਹੈ, ਉਹਨੂੰ ਹੀ ਉਹ ਖਾ ਜਾਂਦੀ ਹੈ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਇਸ ਕੀ ਸੇਵਾ ਜੋ ਕਰੇ, ਜਿਹੜਾ ਇਹਦੀ ਸੇਵਾ ਕਰਦਾ ਹੈ, ਤਿਸ ਹੀ ਕੋ ਫਿਰ ਖਾਏ। ਉਹ ਉਹਨੂੰ ਹੀ ਖਾ ਜਾਂਦੀ ਹੈ, ਉਸੇ ਨੂੰ ਹੀ ਨਿਗਲ ਜਾਂਦੀ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਸਾਨੂੰ ਇਹ ਮਾਇਆ ਦੇ ਪਰਥਾਏ ਸਮਝਾਇਆ, ਉੱਥੇ ਕਬੀਰ ਸਾਹਿਬ ਕਹਿੰਦੇ, ਮੈਂ ਵੇਖਦਾ ਕਿ ਜਿੰਨੇ ਵੀ ਸੰਸਾਰ ਦੇ ਵਿੱਚ ਜੀਵ, ਕੇਵਲ ਇੱਕ ਮਨੁੱਖ ਹੀ ਨਹੀਂ, ਮੈਂ ਜਿੰਨੇ ਵੀ ਸੰਸਾਰ ਵਿੱਚ ਜੀਵ ਦੇਖਦਾ, ਭਾਵੇਂ ਉਹ ਪਸ਼ੂ ਨੇ, ਭਾਵੇਂ ਪੰਛੀ ਹੈ, ਭਾਵੇਂ ਜਾਨਵਰ ਨੇ,
ਕਹਿੰਦੇ ਜਦੋਂ ਮੈਂ ਦੇਖਦਾ ਇਹਨਾਂ ਦੇ ਵੱਲ ਤੇ ਮੈਨੂੰ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਹੀ ਮਾਇਆ ਨੇ ਛਲ ਲਿਆ। ਇਹਨਾਂ ਸਾਰਿਆਂ ਦੇ ਵਿੱਚ ਹੀ ਇੱਕ ਇੱਕ ਅਵਗਣ ਨਜ਼ਰ ਆਏਗਾ। ਬੰਦੇ ਨੂੰ ਤੇ ਪੂਰੇ ਦਾ ਪੂਰਾ ਹੀ ਛਲ ਲਿਆ ਨਾ। ਮਨੁੱਖ ਤਾਂ ਪੂਰੇ ਦੇ ਪੂਰੇ ਇਹਦੇ ਪ੍ਰਭਾਵ ਹੇਠ ਆ ਗਿਆ। ਹਾਲਾਂਕਿ ਪਸ਼ੂ ਪੰਛੀ ਇਹਨਾਂ ਵਿੱਚ ਇੱਕ ਅਵਗਣ ਪਾਇਆ ਜਾਂਦਾ ਹੈ, ਪਰ ਇੱਕ ਮਨੁੱਖ ਹੈ ਜਿਹਦੇ ਵਿੱਚ ਪੰਜੇ ਦੇ ਪੰਜੇ ਅਵਗਣ ਪਾਏ ਜਾਂਦੇ ਆ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਕਿ ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਇਹ ਮਾਇਆ ਐਸੀ ਮੋਹਣੀ ਹੈ, ਮੋਹ ਲੈਣ ਵਾਲੀ। ਇਹਨੇ ਹਰ ਇੱਕ ਨੂੰ ਆਪਣੇ ਵੱਲ ਮੋਹ ਲਿਆ। ਕਹਿੰਦੇ ਜਿੰਨੇ ਜੀਵ ਮੈਂ ਦੇਖਦਾ ਪਿਆ, ਇਹਨਾਂ ਸਾਰਿਆਂ ਦੇ ਉੱਤੇ ਇਹਦਾ ਹੀ ਪ੍ਰਭਾਵ ਨਜ਼ਰ ਆਉਂਦਾ ਹੈ। ਇਹ ਸਾਰੇ ਇਹਦੇ ਹੀ ਅਸਰ ਦੇ ਹੇਠ ਨਜ਼ਰ ਆਉਂਦੇ ਨੇ। ਇਸ ਲਈ ਸਾਹਿਬ ਜੀ ਨੇ ਆਖਿਆ ਵੀ ਜੇ ਤੂੰ ਇਸ ਮਾਇਆ ਦੀ ਮਮਤਾ ਤੋਂ, ਮਾਇਆ ਦੇ ਮੋਹ ਤੋਂ ਬਚਣਾ ਚਾਹੁੰਦਾ ਹੈ ਤਾਂ ਗੁਰੂ ਚਰਨਾਂ ਵਿੱਚ ਆ ਔਰ ਗੁਰੂ ਸਾਹਿਬ ਦੀ ਮੱਤ ਲੈ ਕੇ ਸ਼ਬਦ ਦਾ ਅਭਿਆਸ ਕਰ। ਜਦੋਂ ਸ਼ਬਦ ਦਾ ਅਭਿਆਸ ਕਰੇਗਾ ਤਾਂ ਫਿਰ ਤੇਰੇ ਅੰਦਰੋਂ ਇਹਦਾ ਅਸਰ ਖਤਮ ਹੋਏਗਾ। ਪਰ ਜਿਹਨੇ ਸ਼ਬਦ ਦਾ ਅਭਿਆਸ ਨਹੀਂ ਕੀਤਾ, ਬਿਨ ਸ਼ਬਦੈ ਜਗ ਦੁਖੀਆ ਫਿਰੈ, ਉਹ ਦੁਖੀ ਹੋਇਆ ਫਿਰਦਾ ਹੈ। ਇਹ ਜੋ ਤ੍ਰੈ ਗੁਣੀ ਮਾਇਆ ਹੈ, ਇਹ ਪਹਿਲਾਂ ਸੁੱਖ ਦਿੰਦੀ ਹੈ ਪਰ ਬਾਅਦ ਵਿੱਚ ਦੁਖਦਾਈ ਹੋ ਜਾਂਦੀ ਹੈ। ਇਹਨੇ ਪਹਿਲਾਂ ਸਾਨੂੰ ਸੁੱਖ ਦੇ ਦੇਣਾ ਹੈ, ਕੁਝ ਪਲਾਂ ਦਾ ਸੁੱਖ, ਫਿਰ ਸਾਰੀ ਉਮਰ ਦਾ ਦੁੱਖ। ਇਹ ਕੁਝ ਪਲਾਂ ਵਾਸਤੇ ਮਿੱਠੀ ਲੱਗਦੀ ਹੈ ਪਰ ਸਾਰੀ ਉਮਰ ਵਾਸਤੇ ਕੌੜੀ ਹੋ ਜਾਂਦੀ ਹੈ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਆ ਜਿੰਨੇ ਵੀ ਮਾਇਆਵੀ ਭੋਗ ਅਸੀਂ ਭੋਗਦੇ ਆ ਨਾ, ਇਹ ਪਹਿਲਾਂ ਬੜੇ ਮਿੱਠੇ ਲੱਗਦੇ ਆ, ਸਵਾਦ ਲੱਗਦੇ ਆ, ਪਰ ਖਿਨਮੈ ਕੌੜੇ ਹੋਏ ਗਏ। ਖਿਨ ਦਾ ਅਰਥ ਹੈ ਅੱਖ ਝਮਕਦੇ ਸਮੇਂ ਵਿੱਚ ਹੀ ਇਹਨਾਂ ਨੇ ਆਪਣਾ ਰੰਗ ਬਦਲ ਦੇਣਾ, ਆਪਣਾ ਰੂਪ ਬਦਲ ਦੇਣਾ, ਆਪਣਾ ਸਵਾਦ ਬਦਲ ਦੇਣਾ। ਇਹ ਪਲ ਵਿੱਚ ਹੀ ਕੌੜੇ ਹੋ ਜਾਂਦੇ ਆ। ਤੇ ਜਦੋਂ ਇਹ ਕਈ ਪ੍ਰਕਾਰ ਦੇ ਦੁੱਖ ਤੇ ਰੋਗ ਸਾਨੂੰ ਲਾ ਦਿੰਦੇ ਆ, ਮਾਇਆ ਦੇ ਜਿੰਨੇ ਵੀ ਭੋਗ ਅਸੀਂ ਭੋਗ ਰਹੇ ਆ, ਇਹ ਜਦੋਂ ਕੌੜੇ ਹੁੰਦੇ ਆ ਤੇ ਕਿੰਨੇ ਪ੍ਰਕਾਰ ਦੇ ਦੁੱਖ ਤੇ ਰੋਗ ਸਾਨੂੰ ਲੱਗਦੇ ਆ। ਤੇ ਉਸ ਵੇਲੇ ਮਹਾਰਾਜ ਕਹਿੰਦੇ ਕੋਈ ਤੇਰੀ ਸਹਾਇਤਾ ਨਹੀਂ ਕਰ ਸਕਦਾ, ਉਸ ਵੇਲੇ ਕੋਈ ਤੇਰੀ ਮਦਦ ਨਹੀਂ ਕਰ ਸਕੇਗਾ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਫਿਰ ਤੂੰ ਕਿਦੇ ਕਿਦੇ ਅੱਗੇ ਤਾਹਾਂ ਮਾਰ ਮਾਰ ਕੇ ਰੋਏਂਗਾ, ਮੈਨੂੰ ਬਚਾ ਲਓ, ਮੈਨੂੰ ਇਸ ਦੁੱਖ ਤੋਂ ਰੋਗ ਤੋਂ ਬਚਾ ਲਓ। ਸਾਹਿਬ ਕਹਿੰਦੇ ਨੇ ਕਿਸ ਥੈਂ ਰੋਵੈਂ ਰੋਜ਼, ਤੂੰ ਕਿਹਦੇ ਅੱਗੇ ਰੋਜ਼ ਰੋਵੇਂਗਾ, ਕੋਈ ਉਸ ਵੇਲੇ ਤੇਰੀ ਪੁਕਾਰ ਸੁਣਨ ਵਾਲਾ ਨਹੀਂ ਹੋਏਗਾ। ਵਿੱਚ ਨਾ ਕੋਈ ਕਰ ਸਕੈ, ਕਿਸ ਥੈਂ ਰੋਵਹਿ ਰੋਜ਼, ਕੋਈ ਉੱਥੇ ਤੇਰੀ ਸਹਾਇਤਾ ਨਹੀਂ ਕਰ ਸਕੇਗਾ, ਕੋਈ ਤੇਰਾ ਉੱਥੇ ਸਹਾਰਾ ਨਹੀਂ ਬਣ ਸਕੇਗਾ। ਤੇ ਉੱਥੇ ਤੇਰੀ ਕਿਸੇ ਨੇ ਰੋਣ ਵਾਲੀ ਆਵਾਜ਼ ਵੀ ਤੇਰੀ ਕਿਸੇ ਨੇ ਨਹੀਂ ਸੁਣਨੀ। ਇਸ ਲਈ ਹੁਣ ਸਮਾਂ ਹੈ, ਗੁਰੂ ਚਰਨਾਂ ਵਿੱਚ ਆ ਕੇ ਗੁਰੂ ਦੀ ਮੱਤ ਲੈ ਤੇ ਸ਼ਬਦ ਦਾ ਅਭਿਆਸ ਕਰਕੇ ਇਸ ਮਾਇਆ ਦੇ ਮੋਹ ਤੋਂ ਬਚ ਜਾ। ਜੇ ਕੋਈ ਬਚਾ ਸਕਦਾ ਤੇ ਉਹ ਕੇਵਲ ਤੇ ਕੇਵਲ ਗੁਰੂ ਦਾ ਸ਼ਬਦ ਹੈ। ਰੋਜ਼ ਨਿਤਨੇਮ ਦੇ ਅਭਿਆਸ ਵਿੱਚ ਆਪਾਂ ਪੜ੍ਹਦੇ ਹਾਂ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਸਭ ਕਹਿੰਦੇ ਇਹ ਕਰਤੇ ਦਾ ਰਚਾਇਆ ਹੋਇਆ ਖੇਲ ਹੈ। ਇੱਕ ਮਾਤਾ ਦੇ ਉਦਰ ਵਿੱਚ ਜਿਹੜੀ ਅਗਨੀ ਹੈ ਉਹ ਵੀ ਇੱਕ ਮਾਇਆ ਦਾ ਰੂਪ ਹੈ, ਔਰ ਇੱਕ ਬਾਹਰ ਜਿਹੜੀ ਇਹ ਤ੍ਰੈ ਗੁਣੀ ਮਾਇਆ ਹੈ ਇਹ ਵੀ ਇੱਕ ਅਗਨੀ ਦਾ ਰੂਪ ਹੈ। ਪਰ ਇਹ ਹੈ ਕਿ ਮਾਤਾ ਦੇ ਉਦਰ ਵਿੱਚੋਂ ਤੇ ਉਹਨੇ ਬਚਾ ਲਿਆ, ਪਰ ਇਹ ਸੰਸਾਰ ਦੇ ਵਿੱਚ ਅਸੀਂ ਨਹੀਂ ਬਚ ਸਕੇ। ਕਿਉਂ? ਕਿਉਂਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰੇ। ਕਹਿੰਦੇ ਨੇ ਉੱਥੇ ਤਾਂ ਬਚਾ ਲਿਆ, ਪਰ ਜਦੋਂ ਹੀ ਸਮਾਜ ਵਿੱਚ ਸੰਸਾਰ ਦੇ ਵਿੱਚ ਆਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ
ਅਮਰ ਵਰਤਾਇਆ। ਉਸੇ ਵੇਲੇ ਲਿਵ ਛੁੜਕ ਗਈ, ਧਿਆਨ ਹਟ ਗਿਆ। ਤੇ ਜਦੋਂ ਹੀ ਧਿਆਨ ਹਟਿਆ, ਸੁਰਤ ਸੰਸਾਰ ਵੱਲ ਲੱਗ ਗਈ, ਹੱਥੋਂ ਹੱਥ ਨੱਚਣ ਲੱਗ ਪਿਆ, ਮੈਂ ਦੀ ਆਵਾਜ਼ ਸੁਣਨ ਲੱਗ ਪਿਆ। ਤੇ ਜਿਵੇਂ ਜਿਵੇਂ ਇਹ ਬਾਲਕ ਮੈਂ ਦੀ ਆਵਾਜ਼ ਸੁਣਦਾ ਗਿਆ, ਤਿਵੇਂ ਤਿਵੇਂ ਇਹਦੇ ਅੰਦਰ ਮਾਇਆ ਦਾ ਪ੍ਰਭਾਵ ਪੈਂਦਾ ਗਿਆ। ਉਸ ਮਾਇਆ ਨੇ ਆਪਣਾ ਜ਼ੋਰ ਪਾ ਦਿੱਤਾ, ਐਸਾ ਜ਼ੋਰ ਪਾ ਦਿੱਤਾ ਕਿ ਆਇਆ ਤੇ ਇਨਸਾਨ ਬਣ ਕੇ ਸੀ, ਪਰ ਇਨਸਾਨਾਂ ਵਾਲਾ ਕੰਮ ਨਹੀਂ ਕੀਤਾ। ਆਇਆ ਤੇ ਮਨੁੱਖ ਬਣ ਕੇ ਸੀ, ਪਰ ਮਨੁੱਖਤਾ ਵਾਲਾ ਕੰਮ ਨਹੀਂ ਇਹਨੇ ਕੀਤਾ, ਕਿਉਂਕਿ ਮਾਇਆ ਨੇ ਆਪਣਾ ਪ੍ਰਭਾਵ ਪਾ ਦਿੱਤਾ। ਐਸਾ ਪ੍ਰਭਾਵ ਪਾ ਦਿੱਤਾ ਕਿ ਇਨਸਾਨੀਅਤ ਵੀ ਪੱਲੇ ਨਹੀਂ ਰਹੀ, ਮਨੁੱਖਤਾ ਵੀ ਪੱਲੇ ਨਹੀਂ ਰਹੀ। ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ, ਦਿਨ ਰਾਤ ਜਾਤੀ ਮਨੁੱਖ ਵਾਲੀ ਹੈ, ਕਰਤੂਤ ਪਸ਼ੂ ਵਾਲੀ ਹੈ। ਹੁਣ ਇਹੀ ਤੇ ਮਾਇਆ ਦਾ ਪ੍ਰਭਾਵ ਹੈ, ਇਹੀ ਤੇ ਉਹਨੇ ਆਪਣਾ ਜ਼ੋਰ ਪਾ ਦਿੱਤਾ। ਮਨੁੱਖਤਾ ਵਾਲਾ ਗੁਣ ਕੀ ਸੀ? ਮਹਾਰਾਜ ਕਹਿੰਦੇ ਮਨੁੱਖਤਾ ਵਾਲਾ ਗੁਣ ਸੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਇਹਨੂੰ ਛੱਡ ਕੇ ਹੋਰ ਥਾਵਾਂ ਤੇ ਭਟਕਦਾ ਹੈ। ਇਸ ਲਈ ਸਾਹਿਬ ਜੀ ਨੇ ਆਖਿਆ, ਬਿਨ ਸ਼ਬਦੈ ਜਗ ਦੁਖੀਆ ਫਿਰੈ, ਮਨ ਮੁੱਖਾਂ ਨੂੰ ਗਈ ਖਾਏ। ਇਹ ਜਿਹੜੀ ਮਾਇਆ ਸੀ, ਇਹਨੇ ਮਨ ਮੁੱਖ ਨੂੰ ਖਾ ਲਿਆ, ਨਾਗਣੀ ਬਣ ਕੇ ਇਹਨੇ ਮੋਹਣੀ ਬਣ ਕੇ ਠੱਗ ਲਿਆ। ਸ਼ਬਦੇ ਨਾਮ ਧਿਆਈ ਐ, ਸ਼ਬਦੇ ਸੱਚ ਸਮਾਏ। ਇਸ ਲਈ ਮਹਾਰਾਜ ਕਹਿੰਦੇ ਸਮਾਂ ਹੈ, ਤੂੰ ਸ਼ਬਦ ਨਾਲ ਜੁੜ ਕੇ ਨਾਮ ਨੂੰ ਧਿਆ, ਕਿਉਂਕਿ ਸ਼ਬਦ ਵਿੱਚ ਹੀ ਨਾਮ ਹੈ। ਸ਼ਬਦ ਦਾ ਅਭਿਆਸ ਹੀ ਸਾਨੂੰ ਨਾਮ ਵੱਲ ਲੈ ਜਾਏਗਾ। ਸਭ ਕਹਿੰਦੇ ਸ਼ਬਦ ਦੇ ਨਾਮ ਧਿਆਈਐ। ਸ਼ਬਦ ਦਾ ਅਰਥ ਹੈ ਸ਼ਬਦ ਦੁਆਰਾ, ਸ਼ਬਦ ਰਾਹੀਂ। ਸ਼ਬਦ ਨਾਲ ਜੁੜ ਕੇ ਨਾਮ ਨੂੰ ਧਿਆ। ਤੇ ਜਦੋਂ ਸ਼ਬਦ ਨਾਲ ਜੁੜ ਕੇ ਨਾਮ ਨੂੰ ਧਿਆਏਗਾ, ਇਸੇ ਸ਼ਬਦ ਨੇ ਤੈਨੂੰ ਸੱਚ ਵਿੱਚ ਲੀਨ ਕਰ ਦੇਣਾ। ਤੂੰ ਫਿਰ ਸੱਚ ਵਿੱਚ ਸਮਾ ਜਾਏਗਾ। ਫਿਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਤੇਰੀ ਸੁਰਤ ਜਿਹੜੀ ਹੈ ਉਹ ਟਿਕ ਜਾਏਗੀ। ਹੁਣ ਆਪੇ ਹੀ ਹਿਸਾਬ ਲਾ ਲਓ ਕਿ ਮਾਇਆ ਦਾ ਕਿੰਨਾ ਪ੍ਰਭਾਵ ਸਾਡੇ ਦਿਮਾਗ ਤੇ ਪਿਆ ਹੋਇਆ ਹੈ ਕਿ ਜਦੋਂ ਬਾਣੀ ਪੜ੍ਹਦੇ ਹਾਂ ਉਸੇ ਵੇਲੇ ਹੋਰ ਖਿਆਲ ਆਉਣੇ ਸ਼ੁਰੂ ਹੁੰਦੇ ਆ, ਉਸੇ ਵੇਲੇ ਧਿਆਨ ਭਟਕਣਾ ਸ਼ੁਰੂ ਹੋ ਜਾਂਦਾ ਹੈ, ਉਸੇ ਵੇਲੇ ਭੁੱਲੇ ਵਿਸਰੇ ਹੋਏ ਚੇਤੇ ਆਉਣ ਲੱਗ ਜਾਂਦੇ ਆ। ਇਹ ਕਿਉਂ ਹੁੰਦਾ ਹੈ? ਕਿਉਂਕਿ ਮਾਇਆ ਅਮਰ ਵਰਤਾਇਆ, ਕਿਉਂਕਿ ਸਾਡੇ ਉੱਤੇ ਮਾਇਆ ਦਾ ਅਸਰ ਹੈ। ਤੇ ਜਦੋਂ ਹੀ ਤੁਸੀਂ ਬਾਣੀ ਦਾ ਅਭਿਆਸ ਕਰੋਗੇ, ਉਹ ਜਿਹਦਾ ਅਸਰ ਹੈ ਉਹਨੇ ਤੁਹਾਨੂੰ ਟਿਕਣ ਨਹੀਂ ਦੇਣਾ। ਤੇ ਜਿੰਨਾ ਅੰਦਰ ਬਾਣੀ ਪੜ੍ਹਦੇ ਆ ਅੰਦਰ ਖਿੰਡਦਾ ਹੈ, ਸਮਝ ਲੈਣਾ ਉਨਾ ਹੀ ਜ਼ਿਆਦਾ ਪ੍ਰਭਾਵ ਅੰਦਰ ਪਿਆ ਹੋਇਆ ਹੈ। ਜਿੰਨਾ ਅੰਦਰ ਟਿਕੇਗਾ ਸ਼ਬਦ ਦਾ ਅਭਿਆਸ ਕਰਦੇ ਆ, ਸਮਝ ਲੈਣਾ ਉਨਾ ਮਾਇਆ ਦਾ ਪ੍ਰਭਾਵ ਘਟ ਗਿਆ। ਤੇ ਜਿੰਨਾ ਖਿੰਡੇਗਾ ਉਨਾ ਪ੍ਰਭਾਵ ਜ਼ਿਆਦਾ ਪਿਆ ਹੋਇਆ ਹੈ, ਉਨਾ ਅਸਰ ਜ਼ਿਆਦਾ ਹੈ। ਇਸ ਲਈ ਸਾਹਿਬ ਕਹਿੰਦੇ ਸ਼ਬਦ ਦਾ ਅਭਿਆਸ ਕਰ, ਸ਼ਬਦ ਵਿੱਚ ਹੀ ਨਾਮ ਨੂੰ ਧਿਆਉਣਾ ਹੈ। ਇਸੇ ਸ਼ਬਦ ਦੇ ਰਾਹੀਂ ਫਿਰ ਨਾਮ ਨੂੰ ਧਿਆਉਂਦਿਆਂ ਹੋਇਆਂ ਤੂੰ ਇੱਕ ਦਿਨ ਸੱਚ ਵਿੱਚ ਸਮਾ ਜਾਏਗਾ, ਸੱਚ ਵਿੱਚ ਲੀਨ ਹੋ ਜਾਵੇਂਗਾ। ਮਾਇਆ ਭੁਲੇ ਸਿਧ ਫਿਰ ਹੈ, ਸਮਾਧ ਨਾ ਲਗੈ ਸੁਭਾਏ। ਤੀਨੇ ਲੋ ਵਿਆਪਤ ਹੈ, ਅਧਿਕ ਰਹੀ ਲਪਟਾਏ। ਬਿਨ ਗੁਰ ਮੁਕਤ ਨਾ ਪਾਈਐ, ਨਾ ਦੁਬਿਧਾ ਮਾਇਆ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਮਾਇਆ ਭੂਲੇ ਸਿੱਧ ਫਿਰੈ, ਸਮਾਧ ਨਾ ਲੱਗੈ ਸੁਭਾਏ। ਜਿਹੜੇ ਮਾਇਆ ਦੇ ਪ੍ਰਭਾਵ ਹੇਠ ਸੀ ਉਹ ਆਪਣੇ ਰਾਹ ਤੋਂ ਖੁੰਝ ਗਏ, ਭੁੱਲੇ ਹੋਏ ਜਿਹੜੇ ਸੀ ਉਹ ਭਟਕ ਗਏ, ਤੇ ਜਿਹੜੇ ਭਟਕੇ ਹੋਏ ਸੀ ਉਹ ਸਿੱਧ ਆਪਣੇ ਆਪ ਨੂੰ ਬਾਹਰੋਂ ਸਰੀਰ ਦਾ ਜਿਹੜਾ ਜੋਗੀ ਬਣ ਕੇ ਉਹਦੇ ਵਿੱਚ ਜਿਹੜੇ ਆਸਣ ਲਾ ਲਾ ਕੇ ਸਫਲ ਹੋਏ,
ਉਹਨਾਂ ਨੇ ਆਪਣੇ ਆਪ ਨੂੰ ਸਿੱਧ ਕਹਾਇਆ। ਤੇ ਜਿਹੜੇ ਸਿੱਧ ਕਹਾਏ ਨੇ, ਇਹ ਸਮਾਧ ਜਦੋਂ ਸਮਾਧੀ ਧੱਦੇ ਨੂੰ ਸਿਆਰੀ, ਜਦੋਂ ਇਹ ਸਮਾਧੀ ਲਾਉਂਦੇ ਨੇ ਤੇ ਇਹਨਾਂ ਦੀ ਸਮਾਧੀ ਬਾਹਰੋਂ ਲੱਗਦੀ ਹੈ, ਅੰਦਰੋਂ ਨਹੀਂ ਲੱਗਦੀ। ਇਹਨਾਂ ਦਾ ਅੰਦਰ ਮਨ ਜਿਹੜਾ ਹੈ ਉਹ ਸੁਰਤ ਖਿੰਡੀ ਰਹਿੰਦੀ ਹੈ, ਧਿਆਨ ਭਟਕਦਾ ਰਹਿੰਦਾ ਇਹਨਾਂ ਦਾ। ਜੋ ਅੰਦਰੋਂ ਸਮਾਧੀ ਲਾਉਣਾ ਚਾਹੁੰਦੇ ਆ ਉਹ ਲੱਗਦੀ ਨਹੀਂ। ਬਾਹਰੋਂ ਭਾਵੇਂ ਇਹ ਸਿੱਧ ਕਹਾਉਂਦੇ ਨੇ ਪਰ ਅੰਦਰੋਂ ਇਹਨਾਂ ਦਾ ਸਮਾਧੀ ਲੱਗਦੀ ਨਹੀਂ। ਕਿਉਂ ਨਹੀਂ ਲੱਗਦੀ? ਕਿਉਂਕਿ ਮਾਇਆ ਵਿੱਚ ਭੁੱਲੇ ਹੋਏ ਨੇ, ਮਾਇਆ ਦੇ ਪ੍ਰਭਾਵ ਹੇਠ ਨੇ। ਇਹੀ ਕਾਰਨ ਹੈ ਕਿ ਜਦੋਂ ਅਸੀਂ ਪੜ੍ਹਦੇ ਸੁਣਦੇ ਹਾਂ ਤੇ ਪਤਾ ਲੱਗਦਾ ਹੈ ਕਿ ਵੱਡੇ ਵੱਡੇ ਰਿਸ਼ੀ ਮੁਨੀ ਵੀ ਹਾਰ ਗਏ, ਬੜੇ ਬੜੇ ਸਿੱਧ ਜੋਗੀ ਵੀ ਜਿਹੜੇ ਨੇ ਉਹ ਹਾਰ ਗਏ, ਕਿਉਂਕਿ ਮਾਇਆ ਨੇ ਉਹਨਾਂ ਤੇ ਐਸਾ ਪ੍ਰਭਾਵ ਪਾਇਆ ਕਿ ਵੱਡੇ ਵੱਡੇ ਰਿਸ਼ੀ ਮੁਨੀ, ਕਹਿਣ ਕਹਾਉਣ ਵਾਲੇ ਵੀ ਜਿਹੜੇ ਸੀ, ਉਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ ਇਹਨਾਂ ਦੇ ਹੱਥੋਂ ਹਾਰ ਗਏ। ਉਹਨਾਂ ਦੀ ਸਮਾਧੀ ਅੰਦਰ ਦੀ ਲੱਗ ਨਹੀਂ ਸਕੀ, ਬਾਹਰੋਂ ਹੀ ਸਮਾਧੀਆਂ ਲਾਉਂਦੇ ਰਹਿ ਗਏ। ਕੱਲੇ ਸਰੀਰ ਦੀ ਸਮਾਧੀ ਲਾਉਣ ਨਾਲ ਕੁਛ ਨਹੀਂ ਬਣਨਾ ਜਿੰਨਾ ਚਿਰ ਸਾਡੇ ਮਨ ਦੀ ਸਮਾਧੀ ਨਹੀਂ ਲੱਗਦੀ। ਸਰੀਰ ਨੂੰ ਕਰਕੇ ਮੌਨ ਧਾਰਨ ਨਾਲ ਕੁਛ ਨਹੀਂ ਹੋਣਾ, ਇਹਦੇ ਨਾਲ ਮਾਇਆ ਦਾ ਅਸਰ ਨਹੀਂ ਖਤਮ ਹੋਏਗਾ। ਜਿੰਨਾ ਚਿਰ ਸਾਡੇ ਮਨ ਅੰਦਰ ਨਹੀਂ ਮੌਨ ਧਾਰਿਆ ਜਾਂਦਾ। ਬਾਹਰੋਂ ਭੁੱਖੇ ਰਹਿਣ ਨਾਲ, ਵਰਤ ਰੱਖਣ ਨਾਲ ਕੁਛ ਨਹੀਂ ਬਣਨਾ। ਇੱਕ ਵਾਰੀ ਰੱਖ ਲਓ, ਭਾਵੇਂ ਹਜ਼ਾਰਾਂ ਵਾਰੀ ਰੱਖ ਲਓ, ਜਿੰਨਾ ਚਿਰ ਮਾਇਆ ਤੋਂ ਦੇ ਪਰਥਾਏ ਅਸੀਂ ਆਪਣੇ ਮਨ ਨੂੰ ਭੁੱਖਾ ਨਹੀਂ ਰੱਖਦੇ। ਮਨ ਤੇ ਰੱਜਿਆ ਰਹਿੰਦਾ ਹੈ, ਮਨ ਆਪਣੀ ਖੁਰਾਕ ਲਈ ਜਾ ਰਿਹਾ ਹੈ, ਮਨ ਤੇ ਆਪਣੀ ਖੁਰਾਕ ਲੈ ਕੇ ਰੱਜਿਆ ਰਹਿੰਦਾ ਹੈ। ਮਨ ਨੂੰ ਤਾਂ ਕੋਈ ਅਸਰ ਨਹੀਂ ਹੈ। ਅਸੀਂ ਆਪਣਾ ਪੇਟ ਭੁੱਖਾ ਰੱਖ ਕੇ ਤੇ ਵਰਤ ਰੱਖ ਕੇ ਕਹੀਏ ਕਾਮਯਾਬ ਹੋ ਜਾਾਂਗੇ, ਮਹਾਰਾਜ ਕਹਿੰਦੇ ਨਹੀਂ ਹੋ ਸਕਦਾ। ਜੇ ਅਸੀਂ ਬਾਹਰੋਂ ਸਮਾਧੀ ਲਾ ਕੇ ਸਰੀਰ ਦੀ ਬੈਠ ਜਾਈਏ ਤਾਂ ਵੀ ਗੱਲ ਨਹੀਂ ਬਣਨੀ। ਤੇ ਜਦੋਂ ਇਸ ਤਰ੍ਹਾਂ ਦੀ ਗੱਲ ਆਵੇ ਤੇ ਤੁਹਾਡੇ ਨਾਲ ਗੱਲਾਂ ਬਾਰ-ਬਾਰ ਰਿਪੀਟ ਕੀਤੀਆਂ ਜਾਂਦੀਆਂ ਕਿ ਜਪਜੀ ਸਾਹਿਬ ਜੀ ਦੀ ਬਾਣੀ ਦੀ ਪਹਿਲੀ ਪੌੜੀ ਹੀ ਇਸ ਵਾਸਤੇ ਮਹਾਰਾਜ ਨੇ ਸਾਨੂੰ ਦਿੱਤੀ ਹੈ ਕਿ ਜਿਹੜਾ ਪਹਿਲਾ ਸਟੈਪ ਹੈ ਨਾ, ਉਹ ਤੈਨੂੰ ਸੰਭਲ ਕੇ ਚੱਲਣਾ ਪੈਣਾ ਹੈ। ਪਹਿਲੀ ਪੌੜੀ ਤੇ ਪੈਰ ਰੱਖਣ ਲੱਗਿਆਂ ਸਮਝ ਕੇ ਚੱਲ ਵੀ ਇਹ ਪੌੜੀ ਕਿਸ ਪਾਸੇ ਨੂੰ ਜਾਂਦੀ ਹੈ। ਪਹਿਲਾ ਕਦਮ ਅੱਗੇ ਵਧਾਉਣ ਤੋਂ ਪਹਿਲਾਂ ਸੋਚ ਕੇ ਚੱਲ ਵੀ ਇਹਦੀ ਮੰਜ਼ਿਲ ਕਿਹੜੀ ਹੈ, ਇਹ ਰਸਤਾ ਕਿਸ ਪਾਸੇ ਜਾਂਦਾ ਹੈ। ਤੇ ਜੇ ਅਸੀਂ ਪਹਿਲਾਂ ਹੀ ਕਦਮ ਸੋਚ ਕੇ ਅੱਗੇ ਵਧਾਵਾਂਗੇ ਤੇ ਮੰਜ਼ਿਲ ਤੇ ਪਹੁੰਚ ਜਾਾਂਗੇ। ਜੇ ਬਿਨਾਂ ਸੋਚੇ ਸਮਝੇ ਵਧਾਵਾਂਗੇ ਫਿਰ ਭਟਕਦੇ ਰਵਾਂਗੇ। ਜੇ ਪਹਿਲਾਂ ਪੌੜੀ ਤੇ ਪੈਰ ਰੱਖਣ ਲੱਗਿਆਂ ਸੋਚ ਸਮਝ ਕੇ ਚੱਲਾਂਗੇ ਤੇ ਫਿਰ ਮੁਕਾਮ ਤੇ ਪਹੁੰਚ ਜਾਾਂਗੇ, ਜੇ ਨਹੀਂ ਤੇ ਫਿਰ ਕਿਸੇ ਹੋਰ ਥਾਂ ਪਹੁੰਚ ਜਾਾਂਗੇ। ਇਸ ਲਈ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਹੀ ਸਾਨੂੰ ਇਹ ਸਮਝਾਉਂਦੀ ਹੈ ਕਿ ਜੇ ਤੂੰ ਸੱਚ ਖੰਡ ਵਸੈ ਨਿਰੰਕਾਰ ਤੱਕ ਪਹੁੰਚਣਾ ਚਾਹੁੰਦਾ ਹੈ, ਜੇ ਤੂੰ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਤੱਕ ਪਹੁੰਚਣਾ ਚਾਹੁੰਦਾ ਹੈ, ਤਾਂ ਫਿਰ ਇਹ ਪਹਿਲੀ ਪੌੜੀ ਨੂੰ ਸਮਝ ਕੇ ਚੱਲ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ। ਇਹ ਮਾਇਆ ਦਾ ਪ੍ਰਭਾਵ ਹੀ ਪਿਆ ਹੋਇਆ। ਅਸੀਂ ਸਰੀਰ ਦੀ ਸੁਚਮਤਾ ਬਣਾ ਕੇ ਕਹਿੰਦੇ ਆ ਵੀ ਅਸੀਂ ਜੁੜ ਗਏ ਨਿਰੰਕਾਰ ਨਾਲ, ਪਰ ਸਰੀਰ ਨਾ ਕਦੇ ਸੁੱਚਾ ਹੋਇਆ ਤੇ ਨਾ ਕਦੀ ਹੋਣਾ ਹੈ। ਸਰੀਰ ਨੇ ਸੁੱਚਾ ਨਹੀਂ ਹੋਣਾ, ਨਾ ਅਸੀਂ ਇਹਨੂੰ ਕਦੇ ਕਰ ਸਕਦੇ ਹਾਂ। ਕਦੀ ਮੂੰਹ ਸੁੱਚਾ ਹੋਇਆ, ਕਦੇ ਹੋ ਹੀ ਨਹੀਂ ਸਕਦਾ। ਜਿੰਨਾ ਮਰਜ਼ੀ ਤੁਸੀਂ ਪਾਣੀ ਦੀਆਂ ਕੁਰਲੀਆਂ ਕਰੀ ਜਾਓ, ਕਦੇ ਮੂੰਹ ਸੁੱਚਾ ਹੋਇਆ ਇਹ ਹੋ ਹੀ ਨਹੀਂ ਸਕਦਾ। ਹਾਂ, ਹੱਥ ਮੈਲੇ ਹੁੰਦੇ ਨੇ, ਹੱਥ ਧੁਆਏ ਜਾਂਦੇ ਆ। ਅਸੀਂ ਕਹਿੰਦੇ ਹੱਥ ਸੁੱਚੇ ਕਰਾ ਦਿਓ, ਹੱਥ ਸੁੱਚੇ ਹੁੰਦੇ ਹੀ ਨਹੀਂ। ਹੱਥ ਮੈਲੇ ਹੁੰਦੇ ਨੇ, ਹੱਥਾਂ ਨੂੰ ਧੁਆਇਆ ਜਾਂਦਾ ਹੈ। ਕਦੇ ਆ ਪਿੰਡਾ, ਆ ਸਾਡੀ ਬਾਡੀ, ਆ ਸਾਡਾ ਸਰੀਰ ਜਿਹੜਾ ਇਹ ਸੁੱਚਾ ਹੋ ਹੀ ਨਹੀਂ ਸਕਦਾ, ਕਿਉਂਕਿ ਹਾਰਡ ਮਾਸ ਨਾੜੀ ਦਾ ਬਣਿਆ ਹੋਇਆ, ਇਹ ਮਿੱਝ ਦਾ ਬਣਿਆ ਹੋਇਆ ਸਰੀਰ ਹੈ। ਇਹ ਬਾਹਰੋਂ ਹੀ ਸੋਹਣਾ ਲੱਗਦਾ ਹੈ। ਮਾੜੀ ਜੀ ਉੱਤੇ ਚਮੜੀ ਮਾੜੀ ਜੀ ਉੱਪਰਲੀ ਹਟਾ ਕੇ ਵੇਖੋ ਤੇ ਬੰਦੇ ਨੂੰ ਦੇਖਣ ਨੂੰ ਦਿਲ ਨਹੀਂ ਕਰਦਾ।
ਜਿਨ੍ਹਾਂ ਦੇ ਸਰੀਰ ਤੇ ਕਿਤੇ ਕੋਈ ਜ਼ਖਮ ਹੋ ਜਾਏ ਤੇ ਦੇਖਣ ਨੂੰ ਚਿੱਤ ਕਰਦਾ, ਨਹੀਂ ਕਰਦਾ। ਇਹ ਉੱਪਰਲੀ ਚਮੜੀਓ ਹੀ ਸੁੰਦਰ ਹੈ, ਅੰਦਰ ਕੀ ਭਰਿਆ। ਸਭ ਕਹਿੰਦੇ ਨੇ ਤੂੰ ਸੁੱਚਾ ਕਰਨਾ ਤੇ ਆਪਣੇ ਮਨ ਨੂੰ ਸੁੱਚਾ ਕਰ, ਕਿਉਂਕਿ ਮਾਇਆ ਦਾ ਅਸਰ ਤੇਰੇ ਮਨ ਉੱਤੇ ਹੈ। ਮੈਲਾ ਜਿਹੜਾ ਉਹ ਤੇਰਾ ਮਨ ਹੈ। ਇਸ ਲਈ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾਂ ਲੱਖ ਹੋਹੇ, ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਤੂੰ ਸੁੱਚਾ ਨਹੀਂ ਹੋ ਸਕਦਾ, ਮਾਇਆ ਦੇ ਪ੍ਰਭਾਵ ਦੇ ਹੇਠੋਂ ਨਹੀਂ ਨਿਕਲ ਸਕਦਾ। ਤੇਰੇ ਅੰਦਰ ਕਦੇ ਮਾਇਆ ਦਾ ਅਸਰ ਨਹੀਂ ਮੁੱਕ ਸਕਦਾ। ਤੂੰ ਮਾਇਆ ਦੇ ਮੋਹ ਚੋਂ ਨਹੀਂ ਨਿਕਲ ਸਕਦਾ, ਜੇ ਕੇਵਲ ਸਰੀਰ ਕਰਕੇ ਹੀ ਜੁੜਿਆ ਹੋਇਆ ਤਾਂ। ਇਸੇ ਕਾਰਨ, ਇਹੀ ਕਾਰਨ ਸੀ ਕਿ ਵੱਡੇ ਵੱਡੇ ਰਿਸ਼ੀ ਮੁਨੀ ਵੀ ਹਾਰ ਗਏ, ਜਪ ਤਪ ਕਰਨ ਵਾਲੇ ਵੀ ਹਾਰ ਗਏ। ਉਹਨਾਂ ਨੇ ਸਰੀਰ ਕਰਕੇ ਬੜਾ ਤਪ ਕੀਤਾ ਪਰ ਹਾਰ ਗਏ। ਉਹ ਅੰਦਰੋਂ ਆਪਣੀ ਤ੍ਰਿਸ਼ਨਾ ਨਹੀਂ ਮੁਕਾ ਸਕੇ। ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪ੍ਰਭਾਵ ਹੇਠੋਂ ਨਹੀਂ ਨਿਕਲ ਸਕੇ। ਸਿੱਧ ਜੋਗੀ ਜਿਹੜੇ ਆ ਉਹ ਵੀ ਨਹੀਂ ਇਸ ਹੇਠੋਂ ਨਿਕਲ ਸਕੇ। ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋਈ ਤੇ ਮਹਾਰਾਜ ਕਹਿੰਦੇ ਤੁਸੀਂ ਸਿੱਧ ਹੋ, ਜੋਗੀ ਹੋ, ਆਪਣੇ ਆਪ ਨੂੰ ਕਹਾਉਂਦੇ, ਅੰਦਰ ਤਾਂ ਹੰਕਾਰ ਭਰਿਆ ਪਿਆ ਤੁਹਾਡੇ ਅੰਦਰ, ਤੇ ਦੂਸਰਿਆਂ ਪ੍ਰਤੀ ਨਿੰਦਾ ਚੁਗਲੀ ਭਰੀ ਪਈ ਹੈ ਤੁਹਾਡੇ। ਇਹ ਮਾਇਆ ਦੇ ਪ੍ਰਭਾਵ ਹੇਠਾਂ ਹੋ। ਬਾਹਰੋਂ ਤੁਸੀਂ ਸਿੱਧ ਕਹਾ ਰਹੇ ਹੋ, ਜੋਗੀ ਕਹਾ ਰਹੇ ਹੋ ਆਪਣੇ ਆਪ ਨੂੰ। ਜਦੋਂ ਉਹਨਾਂ ਨੂੰ ਸਮਝ ਆਈ ਸੀ ਤੇ ਉਹਨਾਂ ਆਖਿਆ ਸੀ ਅਸੀਂ ਸੋਚਦੇ ਰਹੇ ਸਾਡੀ ਕਮਾਈ ਬੜੀ ਵੱਡੀ ਹੈ, ਅਸੀਂ ਬੜੇ ਵੱਡੇ ਸਿੱਧ ਹਾਂ, ਜੋਗੀ ਹਾਂ, ਸਾਡੀ ਕਮਾਈ ਬੜੀ ਵੱਡੀ ਹੈ। ਪਰ ਨਹੀਂ, ਅੱਜ ਪਤਾ ਲੱਗਾ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਸਾਨੂੰ ਅੱਜ ਪਤਾ ਲੱਗਾ ਵੀ ਬਾਹਰੋਂ ਸਿੱਧ ਬਣ ਕੇ ਗੱਲ ਨਹੀਂ ਬਣਨੀ, ਮਾਇਆ ਦਾ ਅਸਰ ਤੇ ਅੰਦਰ ਹੈ। ਮਾਇਆ ਦੇ ਪ੍ਰਭਾਵ ਹੇਠ ਤਾਂ ਮਨ ਜੀ ਰਿਹਾ ਹੈ। ਇਸ ਲਈ ਸਾਹਿਬ ਨੇ ਆਖਿਆ ਮਾਇਆ ਭੂਲੇ ਸਿੱਧ ਫਿਰੈ। ਜਿਹੜੇ ਆਪਣੇ ਆਪ ਨੂੰ ਸਿੱਧ ਕਹਾਉਂਦੇ ਨੇ ਨਾ, ਉਹ ਮਾਇਆ ਦੇ ਵਿੱਚ ਭੁੱਲੇ ਹੋਏ ਫਿਰਦੇ ਨੇ। ਸਮਾਧ ਨਾ ਲੱਗੈ ਸੁਭਾਏ, ਉਹਨਾਂ ਦੀ ਅੰਦਰੋਂ ਸਮਾਧੀ ਲੱਗ ਹੀ ਨਹੀਂ ਰਹੀ, ਉਹਨਾਂ ਦੇ ਅੰਦਰ ਸੁਰਤ ਟੇਕੀ ਨਹੀਂ ਰਹੀ। ਇੱਕ ਮਨ ਇੱਕ ਚਿੱਤ ਅੰਦਰ ਹੋ ਹੀ ਨਹੀਂ ਪਾ ਰਿਹਾ। ਪਰ ਸਰੀਰ ਦੇਖੋਗੇ ਤੇ ਸਮਾਧੀ ਲੱਗੀ ਪਈ ਹੈ, ਅੰਦਰ ਵੇਖੋਗੇ ਤੇ ਅੰਦਰ ਚਿੱਤ ਕਿਤੇ ਹੈ, ਮਨ ਕਿਤੇ ਹੈ, ਸੁਰਤ ਕਿਤੇ ਹੈ। ਸਮਾਧੀ ਕਦੋਂ ਲੱਗੇਗੀ? ਜਦੋਂ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਜਦੋਂ ਇੱਕ ਮਨ ਇੱਕ ਚਿੱਤ ਭਾਏ ਸਮਾਧੀ ਅੰਦਰ ਲੱਗੇਗੀ ਨਾ, ਫਿਰ ਇਹ ਮਾਇਆ ਦਾ ਮੋਹ ਮੁੱਕਣਾ ਹੈ। ਕੱਲੇ ਸਰੀਰ ਨਾਲ ਨਹੀਂ, ਕੱਲੇ ਤਨ ਦੇ ਨਾਲ ਨਹੀਂ। ਇਸ ਲਈ ਸਭ ਕਹਿੰਦੇ ਇਹ ਸਿੱਧ ਭੁੱਲੇ ਫਿਰਦੇ ਨੇ। ਇਹ ਅੰਦਰੋਂ ਸਮਾਧੀ ਇਹਨਾਂ ਦੀ ਲੱਗ ਕੋਈ ਨਹੀਂ ਰਹੀ। ਬਾਹਰੋਂ ਕੋਸ਼ਿਸ਼ਾਂ ਕਰ ਰਹੇ ਆ ਸਮਾਧੀ ਲੱਗ ਜਾਏ, ਪਰ ਅੰਦਰ ਮਨ ਹੀ ਨਹੀਂ ਜਦੋਂ ਟਿਕ ਰਿਹਾ। ਅੰਦਰ ਸੁਰਤ ਹੀ ਜਿਹੜੀ ਹੈ ਉਹ ਕਿਤੇ ਟੇਕੀ ਨਹੀਂ ਰਹੀ ਹੈ। ਇਸ ਲਈ ਉਹ ਭੁੱਲੇ ਹੋਏ ਬਾਹਰ ਦੀਆਂ ਸਮਾਧੀਆਂ ਲਾ ਕੇ ਹਾਰ ਜਾਂਦੇ ਨੇ। ਤੀਨੇ ਲੋ ਵਿਆਪਤ ਹੈ ਅਦਕ ਰਹੀ ਲਪਟਾਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਕੇਵਲ ਇੱਕ ਆ ਧਰਤੀ ਉੱਤੇ ਨਹੀਂ, ਤਿੰਨ ਲੋਕ, ਇਹ ਤਿੰਨਾਂ ਲੋਕਾਂ ਵਿੱਚ ਮਾਇਆ ਵਿਆਪ ਰਹੀ ਹੈ। ਜਿਵੇਂ ਪਹਿਲਾਂ ਹੀ ਆਪ ਜੀ ਨਾਲ ਸਾਂਝ ਪਾਈ ਕਿ ਕਬੀਰ ਸਾਹਿਬ ਕਹਿੰਦੇ ਨੇ ਕੇਵਲ ਮਨੁੱਖੀ ਨਹੀਂ, ਪਸ਼ੂ ਪੰਛੀ ਜਾਨਵਰ ਇਹ ਸਾਰੇ ਹੀ ਮਾਇਆ ਦੇ ਪ੍ਰਭਾਵ ਹੇਠ ਨੇ। ਜੇਤੇ ਜੀ ਤੇਤੇ ਡਹਿਕਾਈ। ਜਿੰਨੇ ਵੀ ਜੀਵ ਨੇ ਸੰਸਾਰ ਵਿੱਚ, ਇਹਨਾਂ ਸਾਰਿਆਂ ਨੂੰ ਮਾਇਆ ਨੇ ਛਲ ਲਿਆ ਹੋਇਆ। ਕਿਸੇ ਵਿੱਚ ਇੱਕ ਅਵਗਣ ਹੈ, ਕਿਸੇ ਵਿੱਚ 5 ਅਵਗਣ ਨੇ, ਕਿਸੇ ਵਿੱਚ ਇੱਕ ਬੁਰੀਆਈ ਹੈ, ਕਿਸੇ ਵਿੱਚ ਬੇਅੰਤ ਬੁਰੀਆਈਆਂ ਨੇ। ਛੱਲਿਆ ਸਾਰਿਆਂ ਨੂੰ ਹੋਇਆ ਇਸ ਮਾਇਆ ਨੇ। ਤੇ ਜਿਹੜਾ ਮਾਇਆ ਦੇ ਪ੍ਰਭਾਵ ਹੇਠ ਹੈ ਉਹ ਕਦੇ ਨੇਕ ਕਰਮ ਨਹੀਂ ਕਰੇਗਾ, ਉਹ ਕਦੇ ਚੰਗਾ ਕਰਮ ਨਹੀਂ ਕਰੇਗਾ, ਉਹ ਕਦੇ ਕਿਸੇ ਦਾ ਭਲਾ ਨਹੀਂ ਕਰੇਗਾ, ਉਹ ਕਦੇ ਪਰਉਪਕਾਰੀ ਨਹੀਂ ਹੋਏਗਾ।
ਕਿਉਂਕਿ ਜਿਹੜਾ ਮਾਇਆ ਦੇ ਪ੍ਰਭਾਵ ਹੇਠ ਹੈ ਉਹ ਤੇ ਦੂਜਿਆਂ ਨੂੰ ਠੱਗਦਾ ਹੈ, ਦੂਜਿਆਂ ਨੂੰ ਲੁੱਟਦਾ ਹੈ। ਉਹਨੂੰ ਕਿਸੇ ਤੇ ਤਰਸ ਨਹੀਂ ਆਏਗਾ, ਕਿਉਂਕਿ ਉਹਦੇ ਅੰਦਰ ਤਰਸ ਵਾਲਾ ਗੁਣ ਹੀ ਨਹੀਂ ਹੁੰਦਾ, ਜਿਹੜੇ ਮਾਇਆ ਦੇ ਪ੍ਰਭਾਵ ਹੇਠ ਜਿਉਂਦੇ ਨੇ। ਇਸ ਲਈ ਤੀਨੇ ਲੋ ਵਿਆਪਤ ਹੈ, ਇਹ ਤਿੰਨਾਂ ਲੋਕਾਂ ਵਿੱਚ ਵਿਆਪ ਰਹੀ ਹੈ ਮਾਇਆ। ਅਦਕ ਰਹੀ ਲਪਟਾਏ, ਔਰ ਬਹੁਤਾਤ ਵਿੱਚ ਇਹ ਲਿਪਟੀ ਪਈ ਹੈ ਸਾਰਿਆਂ ਨੂੰ। ਇਸ ਕਰਕੇ ਇਹਦੇ ਪ੍ਰਭਾਵ ਹੇਠ ਜੀ ਰਹੇ ਹਾਂ ਤੇ ਸ਼ਬਦ ਦਾ ਅਭਿਆਸ ਕਰਨਾ ਔਖਾ ਲੱਗਦਾ ਹੈ। ਗੁਰੂ ਚਰਨਾਂ ਵਿੱਚ ਦਾਸਰਿਆਂ ਦਾ ਦਾਸ ਬਣਨਾ ਔਖਾ ਲੱਗਦਾ ਹੈ। ਮਨ ਨੂੰ ਨਿਮਰਤਾ ਵਿੱਚ ਲਿਆਉਣਾ ਔਖਾ ਲੱਗਦਾ ਹੈ। ਸਾਹਿਬ ਕਹਿੰਦੇ ਇਸੇ ਲਈ ਆਖਿਆ ਕਿ ਤੂੰ ਸ਼ਬਦ ਦਾ ਅਭਿਆਸ ਰੋਜ਼ ਕਰਿਆ ਕਰ, ਰੋਜ਼ ਅਭਿਆਸ ਕਰ, ਇੱਕ ਦਿਨ ਮਾਇਆ ਦਾ ਮੋਹ ਮੁੱਕ ਜਾਏਗਾ। ਕਦੇ ਕਦੇ ਨਹੀਂ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਨਿਤ ਉੱਠ ਕੇ ਬਾਣੀ ਦਾ ਅਭਿਆਸ ਕਰਨਾ ਪੈਣਾ ਜੇ ਮਾਇਆ ਦੇ ਮੋਹ ਵਿੱਚੋਂ ਨਿਕਲਣਾ ਹੈ। ਤੇ ਜੇ ਅਭਿਆਸ ਨਹੀਂ ਕਰਾਂਗੇ ਫਿਰ ਮਾਇਆ ਦਾ ਮੋਹ ਨਹੀਂ ਜੇ ਮੁੱਕਣਾ। ਫਿਰ ਹੱਠ ਜਪ ਤਪ ਵਰਤ ਇਹ ਜਿੰਨੇ ਮਰਜ਼ੀ ਬਾਹਰੋਂ ਨੇਮ ਨਿਭਾ ਲਓ, ਅੰਦਰੋਂ ਮਾਇਆ ਦਾ ਮੋਹ ਮੁੱਕਣਾ ਤੇ ਸ਼ਬਦ ਦਾ ਅਭਿਆਸ ਕਰਕੇ ਮੁੱਕਣਾ। ਹੋਰ ਕੋਈ ਤਰੀਕਾ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਬਿਨ ਗੁਰ ਮੁਕਤ ਨਾ ਪਾਈਐ, ਨਾ ਦੁਬਧਾ ਮਾਇਆ ਜਾਏ। ਮਾਇਆ ਨੇ ਕੀ ਕੀਤਾ? ਦੁਚਿੱਤਾਪਨ ਅੰਦਰ ਬਣਾ ਦਿੱਤਾ, ਦੁਬਧਾ ਪੈਦਾ ਕਰਤੀ। ਸੋਚਾਂ ਦੇ ਵਿੱਚ ਹੀ ਬੰਦਾ ਸਮਾਂ ਲੰਘਾਈ ਜਾਂਦਾ ਹੈ, ਸੋਚੀ ਜਾਂਦਾ ਹੈ ਇਸ ਰਾਹ ਜਾਵਾਂ ਕਿ ਇਸ ਰਾਹ ਜਾਵਾਂ, ਆਹ ਕੰਮ ਕਰਾਂ ਕਿ ਆਹ ਕੰਮ ਕਰਾਂ, ਜੇ ਮੈਂ ਜਾਵਾਂ ਤੇ ਇਹ ਹੋ ਜਾਏਗਾ, ਜੇ ਨਹੀਂ ਜਾਵਾਂ ਤੇ ਆਹ ਹੋ ਜਾਏਗਾ। ਬਸ ਇਸੇ ਦੁਚਿੱਤੇਪਨ ਵਿੱਚ ਹੀ ਸਮਾਂ ਲੰਘਾਈ ਜਾਂਦਾ ਹੈ। ਕਈਆਂ ਨੂੰ ਆਖਿਆ ਇੰਨੇ ਸਾਲ ਹੋ ਗਏ ਗੁਰੂ ਸਾਹਿਬ ਦੇ ਦਰ ਤੇ ਆਉਂਦਿਆਂ, ਖੰਡੇ ਦੀ ਪਹੁਲ ਲੈ ਲਓ। ਕਹਿੰਦੇ ਹਜੇ ਸੋਚਦੇ ਆ ਲੈਣ ਵਾਸਤੇ, ਹਜੇ ਸੋਚੀ ਜਾਂਦੇ ਆ। ਜਿਹੜੇ ਕਹਿੰਦੇ ਆ ਨਾ ਹਜੇ ਸੋਚਦੇ ਆ, ਹਜੇ ਸੋਚ ਰਹੇ ਆ ਵੀ ਚਲੋ ਲੈ ਹੀ ਲਈਏ ਖੰਡੇ ਦੀ ਪੋਲ, ਇਹਦਾ ਮਤਲਬ ਹਜੇ ਦੁਬਦਾ ਨਹੀਂ ਮੁੱਕੀ। ਤੇ ਜੇ ਦੁਬਦਾ ਨਹੀਂ ਮੁੱਕੀ ਤੇ ਹਜੇ ਮਾਇਆ ਦਾ ਪ੍ਰਭਾਵ ਨਹੀਂ ਖਤਮ ਹੋਇਆ। ਜਿਹਨੇ ਅੰਦਰੋਂ ਮਾਇਆ ਦਾ ਮੋਹ ਮੁਕਾ ਦਿੱਤਾ ਉਹ ਸੋਚਦਾ ਨਹੀਂ ਹੈ, ਉਹ ਤੇ ਅਰਦਾਸ ਕਰਦਾ ਵੀ ਮੇਰੀ ਝੋਲੀ 'ਚ ਦਾਤ ਪੈ ਜਾਏ। ਉਹ ਸੋਚਦਾ ਨਹੀਂ। ਤੇ ਜਿਹੜਾ ਦੁਬਦਾ ਵਿੱਚ ਪਿਆ ਉਹ ਸੋਚੀ ਜਾਂਦਾ ਵੀ ਕੋਈ ਗੱਲ ਨਹੀਂ, ਜੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਾਂਗਾ। ਉਹ ਵੇਖਦਿਆਂ ਵੇਖਦਿਆਂ ਸਮਾਂ ਲੰਘ ਜਾਂਦਾ, ਮੁੜ ਕੇ ਸਮਾਂ ਹੱਥ ਨਹੀਂ ਆਉਂਦਾ। ਇਸ ਲਈ ਸਾਹਿਬ ਜੀ ਨੇ ਆਖਿਆ ਵੀ ਇਹ ਜਿਹੜੀ ਦੁਬਦਾ ਹੈ ਨਾ, ਇਹ ਵੀ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਰੁਕਾਵਟ ਹੈ। ਬੰਦਾ ਚੱਲ ਹੀ ਨਹੀਂ ਸਕਦਾ, ਅੱਗੇ ਤੁਰ ਹੀ ਨਹੀਂ ਸਕਦਾ। ਇਹ ਬੇੜੀਆਂ ਨੇ ਪੈਰਾਂ ਦੇ ਵਿੱਚ। ਇਸ ਲਈ ਸਾਹਿਬ ਨੇ ਆਖਿਆ ਸੀ 12 ਮਹਾਂ ਦੇ ਪਾਠ ਵਿੱਚ ਵੀ ਭਾ ਦੋਏ ਭਰਮ ਭੁਲਾਣੀਆਂ। ਜਦੋਂ ਦੋ ਭਾਵਨਾਵਾਂ ਅੰਦਰ ਹੋਣਗੀਆਂ ਤੁਸੀਂ ਭਟਕ ਜਾਓਗੇ, ਕੁਰਾਹੇ ਪੈ ਜਾਓਗੇ, ਕਦੀ ਸਿੱਧੇ ਰਾਹ ਪੈ ਹੀ ਨਹੀਂ ਸਕਦੇ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ, ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ। ਫਿਰ ਕਾਰਜ ਨਹੀਂ ਪੂਰਾ ਹੋਣਾ। ਸਾਹਿਬ ਜੀ ਕਹਿੰਦੇ ਨੇ ਸ਼ਬਦ ਤੋਂ ਬਿਨਾ ਮਾਇਆ ਦੇ ਮੋਹ ਤੋਂ ਮੁਕਤੀ ਨਹੀਂ ਜੇ ਮਿਲਣੀ। ਜੇ ਤ੍ਰੈ ਗੁਣੀ ਮਾਇਆ ਦੇ ਮੋਹ ਵਿੱਚੋਂ ਨਿਕਲਣਾ ਚਾਹੁੰਦੇ ਹੋ ਤਾਂ ਫਿਰ ਸ਼ਬਦ ਦਾ ਅਭਿਆਸ ਕਰੋ। ਬਿਨ ਗੁਰ ਮੁਕਤ ਨਾ ਪਾਈਐ, ਨਾ ਦੁਬਦਾ ਮਾਇਆ ਜਾਏ। ਤੇ ਜਿਹੜੀ ਮਾਇਆ ਨੇ ਅੰਦਰ ਦੁਬਦਾ ਬਣਾਈ ਹੈ, ਦੁਚਿੱਤਾਪਨ ਅੰਦਰ ਹੈ, ਇਹ ਵੀ ਅੰਦਰੋਂ ਖਤਮ ਨਹੀਂ ਹੋਣਾ। ਔਰ ਜਿਹੜੇ ਮਾਇਆ ਕਰਕੇ ਵਿਕਾਰ ਅੰਦਰ ਲੱਗੇ ਹੋਏ ਨੇ, ਇਹ ਜਿੰਨੇ ਵੀ ਵਿਕਾਰ ਸਾਡੇ ਮਨ ਨੂੰ ਲੱਗੇ ਨੇ, ਇਹਨਾਂ ਤੋਂ ਮੁਕਤੀ ਗੁਰੂ ਸ਼ਬਦ ਤੋਂ ਬਿਨਾ ਨਹੀਂ ਹੋ ਸਕਦੀ ਹੈ। ਮਾਇਆ ਕਿਸਨੂੰ ਆਖੀਐ, ਕਿਆ ਮਾਇਆ ਕਰਮ ਕਮਾਏ। ਦੁਖ ਸੁਖ ਇਹ ਜਿਉ ਬੱਧ ਹੈ, ਹਉਮੈ ਕਰਮ ਕਮਾਏ। ਬਿਨ ਸ਼ਬਦ ਭਰਮ ਨਾ ਚੁਕਈ, ਨਾ ਵਿੱਚੋਂ ਹਉਮੈ ਜਾਏ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਮਾਇਆ ਦੀ ਗੱਲ ਕਰਦੇ ਨੇ ਕਿ ਇਸ ਮਾਇਆ ਨੇ ਮਨਮੁਖਾਂ ਨੂੰ ਗਈ ਖਾਏ। ਇਹ ਖਾ ਗਈ ਮਨਮੁਖਾਂ ਨੂੰ।
ਇਸ ਮਨ ਮਾਇਆ ਨੇ ਇਹ ਤਿੰਨਾਂ ਲੋਕਾਂ ਦੇ ਵਿੱਚ ਵਿਆਪ ਰਹੀ ਹੈ। ਇਹ ਜਿਹੜੀ ਮਾਇਆ ਹੈ ਸਭ ਕਹਿੰਦੇ ਇਹਨੇ ਦੁਬਦਾ ਪੈਦਾ ਕੀਤੀ ਹੋਈ ਹੈ, ਦੁਚਿੱਤੇਪਨ ਵਿੱਚ ਇਨ ਮਨੁੱਖ ਨੂੰ ਰੱਖਿਆ ਹੋਇਆ ਹੈ। ਹੁਣ ਪੁੱਛਿਆ ਮਹਾਰਾਜ ਜੀ ਦੱਸੋ ਇਹਦੇ ਬਾਰੇ, ਤਾਂ ਸਭ ਕਹਿੰਦੇ ਮਾਇਆ ਕਿਸ ਨੂੰ ਆਖੀ ਹੈ, ਕਿਹਨੂੰ ਕਹਿੰਦੇ ਆ? ਕਿਆ ਮਾਇਆ ਕਰਮ ਕਮਾਏ, ਮਾਇਆ ਕਿਹੜਾ ਕਰਮ ਕਮਾ ਰਹੀ ਹੈ, ਕੀ ਕੰਮ ਕਰ ਰਹੀ ਹੈ ਮਾਇਆ? ਸਾਹਿਬ ਜੀ ਕਹਿੰਦੇ ਦੁੱਖ ਸੁੱਖ ਇਹ ਜੀਉ ਬੱਧ ਹੈ। ਮਾਇਆ ਜਿਹਦੇ ਅੰਦਰ ਇਹ ਮਾਇਆ ਵਰਤ ਰਹੀ ਹੈ ਉਹ ਹਮੇਸ਼ਾ ਦੁੱਖ ਔਰ ਸੁੱਖ ਦੇ ਵਿੱਚ ਹੀ ਬੱਧਾ ਰਹਿੰਦਾ ਹੈ। ਬੱਧ ਦਾ ਅਰਥ ਹੈ ਬੰਧਨ, ਜਕੜਿਆ ਰਹਿਣਾ। ਜਿਹਦੇ ਅੰਦਰ ਮਾਇਆ ਦਾ ਅਸਰ ਹੈ ਉਹ ਹਮੇਸ਼ਾ ਦੁੱਖ ਵਿੱਚ ਤੇ ਸੁੱਖ ਵਿੱਚ ਹੀ ਫਸਿਆ ਰਹਿੰਦਾ ਹੈ। ਕਦੇ ਦੁਖੀ ਹੋ ਗਿਆ, ਕਦੇ ਸੁਖੀ ਹੋ ਗਿਆ, ਕਦੇ ਹੱਸਣ ਲੱਗ ਗਿਆ, ਕਦੇ ਰੋਣ ਲੱਗ ਪਿਆ, ਕਦੇ ਖੁਸ਼ੀ ਅੰਦਰ ਆ ਗਈ, ਕਦੇ ਗਮ ਵਿੱਚ ਡੁੱਬ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਸੀ ਨਾ ਵੀ ਜੇ ਤੂੰ ਮਾਇਆ ਦੇ ਮੋਹ ਤੋਂ ਬਚਣਾ ਚਾਹੁੰਦਾ ਤੇ ਜਿਹੜੇ ਬਚ ਜਾਂਦੇ ਨੇ ਉਹ ਕੀ ਹੁੰਦੇ ਨੇ? ਉਹ ਫਿਰ ਜੋ ਨਰ ਦੁੱਖ ਮੈਂ, ਦੁੱਖ ਨਹੀਂ ਮਾਨੈ ਸੁਖ ਸਨੇ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ। ਉਹ ਸਾਰਾ ਸ਼ਬਦ ਉਹਨਾਂ ਵਾਸਤੇ ਹੈ ਜਿਹੜੇ ਮਾਇਆ ਦੇ ਮੋਹ ਤੋਂ ਬਚ ਗਏ, ਉਹ ਮੁਕਤ ਹੋ ਗਏ। ਪਰ ਮਾਇਆ ਦਾ ਕੀ ਅਸਰ ਹੈ? ਸਭ ਕਹਿੰਦੇ ਇਹ ਜਿਹਦੇ ਅੰਦਰ ਮਾਇਆ ਆਪਣਾ ਹੁਕਮ ਵਰਤਾ ਰਹੀ ਹੈ, ਆਪਣਾ ਜ਼ੋਰ ਪਾ ਰਹੀ ਹੈ ਨਾ, ਉਹ ਦੁੱਖ ਸੁੱਖ ਦੇ ਵਿੱਚ ਹੀ ਬੱਧੇ ਰਹਿੰਦੇ ਆ, ਦੁੱਖ ਸੁੱਖ ਦੇ ਵਿੱਚ ਬੱਧੇ ਰਹਿੰਦੇ ਨੇ। ਕਰਮ ਕੀ ਕਰਦੇ ਨੇ? ਹਉਮੈ ਕਰਮ ਕਮਾਏ। ਮਾਇਆ ਕਰਮ ਕਮਾਏ। ਕਿਆ ਮਾਇਆ ਕਰਮ ਕਮਾਏ? ਮਾਇਆ ਕੀ ਕਰਦੀ ਹੈ? ਕਹਿੰਦੇ ਬੰਦੇ ਕੋਲੋਂ ਹਉਮੈ ਦੇ ਕੰਮ ਕਰਾਉਂਦੀ ਹੈ। ਬੰਦਾ ਹਉਮੈ ਵਿੱਚ ਆ ਜਾਂਦਾ ਹੈ, ਹੰਕਾਰ ਵਿੱਚ ਆ ਜਾਂਦਾ ਹੈ, ਤੇ ਇਹ ਸਭ ਤੋਂ ਵੱਡਾ ਤੇ ਭਿਆਨਕ ਰੋਗ ਹੈ, ਇਹ ਸਭ ਤੋਂ ਵੱਡੀ ਬਿਮਾਰੀ ਹੈ। ਇਹ ਹਰ ਇੱਕ ਨੂੰ ਤਾਂ ਹੀ ਤੇ ਆਖਿਆ ਸੀ ਇਹ ਲਿਪਟੀ ਪਈ ਹੈ ਸਾਰਿਆਂ ਨੂੰ। ਤੁਸੀਂ ਸਮਾਜਿਕ ਤਲ ਵੇਖ ਲਓ, ਹਉਮੈ ਵਿੱਚ ਲਿਪਟਿਆ ਪਿਆ। ਪਰਿਵਾਰਕ ਤਲ ਵੇਖ ਲਓ, ਹਉਮੈ ਵਿੱਚ ਲਿਪਟਿਆ ਪਿਆ। ਤੁਸੀਂ ਧਾਰਮਿਕ ਤਲ ਵੀ ਵੇਖੋ ਤਾਂ ਹਉਮੈ 'ਚ ਲਿਪਟਿਆ ਪਿਆ। ਰਾਜਨੀਤਿਕ ਤਲ ਵੇਖ ਲਓ, ਹਉਮੈ 'ਚ ਲਿਪਟਿਆ ਪਿਆ। ਕੋਈ ਹੈ ਐਸਾ ਜਿਹੜਾ ਹਉਮੈ ਤੋਂ ਰਹਿਤ ਹੈ? ਵਿਰਲਾ ਹੈ ਜਿਹਨੇ ਸ਼ਬਦ ਨੂੰ ਕਮਾ ਲਿਆ। ਉਹ ਵਿਰਲੇ ਨੇ ਜਿਨ੍ਹਾਂ ਨੇ ਸ਼ਬਦ ਨੂੰ ਕਮਾ ਕੇ ਅੰਦਰੋਂ ਮੈਂ ਨੂੰ ਮੁਕਾ ਦਿੱਤਾ। ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਸਾਹਿਬਾਨ ਇਸੇ ਲਈ ਬਿਠਾਏ ਨੇ, ਇਹ ਉਹ ਨੇ ਜਿਨ੍ਹਾਂ ਨੇ ਮਾਇਆ ਦੇ ਮੋਹ ਨੂੰ ਮੁਕਾ ਕੇ ਤੇ ਆਖਿਆ ਸੀ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਸਾਨੂੰ ਕਬੀਰ ਸਾਹਿਬ ਜੀ ਉਹੀ ਕਹਿੰਦੇ ਆ, ਕਹਿੰਦੇ ਇਹ ਜਦੋਂ ਅਸੀਂ ਭਗਤੀ ਕਰਨ ਬੈਠਦੇ ਆ ਇਹ ਆਉਂਦੀ ਤਾਂ ਸਾਡੇ ਤੇ ਵੀ ਹੈ ਜ਼ੋਰ ਪਾਉਣ ਲਈ, ਸਾਡੇ ਕੋਲ ਵੀ ਆਉਂਦੀ ਹੈ। ਪਰ ਅਸੀਂ ਕੀ ਕੀਤਾ? ਕਹਿੰਦੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ। ਡਾਰੀ ਮੈਨੇ ਬਿਠਾ ਦਿੱਤਾ ਵੀ ਇੱਥੇ ਬੈਠ, ਤੂੰ ਸਾਡੇ ਰਾਹ ਵਿੱਚ ਰੁਕਾਵਟ ਨਹੀਂ ਬਣਨਾ, ਤੂੰ ਹਉਮੈ ਨੂੰ ਪੈਦਾ ਨਹੀਂ ਕਰਨਾ, ਤੂੰ ਕ੍ਰੋਧ ਨੂੰ ਪੈਦਾ ਨਹੀਂ ਕਰਨਾ। ਜਦੋਂ ਅਸੀਂ ਬਾਣੀ ਪੜ੍ਹ ਰਹੇ ਹਾਂ, ਬਾਣੀ ਦਾ ਅਭਿਆਸ ਕਰ ਰਹੇ ਹਾਂ, ਤੇ ਫਿਰ ਕਈ ਵਾਰੀ ਦੇਖੀਦਾ ਪਾਠ ਕਰਦਾ ਬੰਦਾ ਵੀ ਕ੍ਰੋਧ ਵਿੱਚ ਆ ਜਾਂਦਾ ਹੈ, ਪਾਠ ਕਰਦਾ ਵੀ ਹੰਕਾਰ ਦੀ ਬੋਲੀ ਬੋਲਣ ਲੱਗ ਜਾਂਦਾ। ਇਹਦਾ ਮਤਲਬ ਪਾਠ ਕਰ ਤੇ ਰਿਹਾ ਪਰ ਅੰਦਰ ਅਸਰ ਮਾਇਆ ਦਾ ਹੈ। ਕਬੀਰ ਸਾਹਿਬ ਕਹਿੰਦੇ ਅਸੀਂ ਤੇ ਬਿਠਾਤੀ, ਐਵੇਂ ਤੂੰ ਭਗਤੀ ਵਿੱਚ ਰੁਕਾਵਟ ਪਾਏਂਗੀ, ਮੁੜ ਕੇ ਹਉਮੈ ਅੰਦਰ ਲੈ ਆਏਂਗੀ, ਮੁੜ ਕੇ ਕ੍ਰੋਧ ਆਏਗਾ, ਫਿਰ ਕ੍ਰੋਧ ਵਿੱਚ ਕੋੜੇ ਬੋਲੇ ਜਾਣਗੇ। ਇਸ ਲਈ ਨੱਕ ਕੰਨ ਤੋਂ ਵਿੰਨ ਕੇ ਬਿਠਾ ਦਿੱਤੀ ਵੀ ਬੈਠੀ ਰਹਿ ਸਾਈਡ ਤੇ। ਫਿਰ ਮਾਇਆ ਜਿਹੜੀ ਸੀ ਉਹ ਭਗਤਾਂ ਦੀ ਦਾਸੀ ਬਣ ਗਈ, ਕਿਉਂਕਿ ਉਹਨਾਂ ਨੇ ਕਾਬੂ ਕਰ ਲਿਆ ਨਾ ਸਾਡੇ ਉੱਤੇ, ਉਹਦਾ ਜ਼ੋਰ, ਅਸੀਂ ਉਹਦੇ ਦਾਸ ਬਣ ਗਏ, ਤੇ ਭਗਤ ਜਿਹੜੇ ਨੇ ਉਹ ਭਗਤਾਂ ਦੀ ਅੱਗੋਂ ਦਾਸੀ ਬਣ ਗਈ। ਬਸ ਫਰਕ ਇਹੀ ਸੀ ਕਿ ਸੰਸਾਰੀ ਮਾਇਆ ਦੇ ਭਗਤ ਬਣੇ ਹੋਏ ਆ, ਤੇ ਜਿਹੜੇ ਭਗਤ ਸੀ ਉਹ ਮਾਇਆ ਉਹਨਾਂ ਦੀ ਦਾਸੀ ਬਣ ਗਈ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਸ਼ਬਦ ਦਾ ਅਭਿਆਸ ਹੀ ਇੰਨਾ ਤੇਜ਼ ਰੱਖੋ, ਇੰਨਾ ਤੇਜ਼ ਅਭਿਆਸ ਰੱਖੋ ਕਿ ਮਾਇਆ ਦਾ ਅਸਰ ਤੁਹਾਡੇ ਤੇ ਪੈ ਹੀ ਨਾ ਸਕੇ। ਤੇ ਜੇ ਤੁਹਾਡੇ ਅੰਦਰ ਅਸਰ ਹੈ ਤੇ ਉਹ ਮਾਇਆ ਦਾ ਮੋਹ ਅੰਦਰੋਂ ਦੀ ਮੁੱਕ ਜਾਏ। ਇਸ ਲਈ ਸਾਹਿਬ ਕਹਿੰਦੇ ਸ਼ਬਦ ਦਾ ਅਭਿਆਸ ਤੁਹਾਨੂੰ ਹਰ ਵੇਲੇ ਰੱਖਣਾ ਪੈਣਾ ਹੈ, ਨਹੀਂ ਤੇ ਮਾਇਆ ਕੀ ਕਰਦੀ ਹੈ? ਹਉਮੈ ਕਰਮ ਕਮਾਏ।
ਇਹ ਹਉਮੈ ਦੇ ਕਰਮ ਸਾਡੇ ਕੋਲੋਂ ਕਰਵਾਉਂਦੀ ਹੈ, ਇਹ ਹਉਮੈ ਦੀ ਬੋਲੀ ਸਾਡੇ ਕੋਲੋਂ ਬੁਲਵਾਉਂਦੀ ਹੈ। ਤੇ ਬੰਦੇ ਅੰਦਰ ਜਦੋਂ ਹਉਮੈ ਹੋਏਗਾ, ਉੱਥੇ ਫਿਰ ਕ੍ਰੋਧ ਵੀ ਹੋਏਗਾ, ਵਿਰੋਧ ਵੀ ਹੋਏਗਾ, ਝਗੜੇ ਵੀ ਹੋਣਗੇ। ਇਸ ਲਈ ਇਸ ਮਾਇਆ ਨੇ ਦੁੱਖ ਤੇ ਸੁੱਖ ਦੇ ਵਿੱਚ ਪਾਇਆ ਹੋਇਆ ਹੈ। ਇਸ ਮਾਇਆ ਨੇ ਹਉਮੈ ਦੇ ਕਰਮ ਕਮਾਏ ਆ। ਬਿਨ ਸ਼ਬਦੈ ਭਰਮ ਨਾ ਚੁਕਈ, ਨਾ ਵਿੱਚੋਂ ਹਉਮੈ ਜਾਏ। ਸਭ ਕਹਿੰਦੇ ਇੱਕੋ ਹੀ ਤਰੀਕਾ ਹੈ, ਸ਼ਬਦ ਦਾ ਅਭਿਆਸ ਕਰੋ। ਸ਼ਬਦ ਦੇ ਅਭਿਆਸ ਤੋਂ ਬਿਨਾ ਇਹ ਭਰਮ ਅੰਦਰੋਂ ਭਟਕਣਾ ਨਹੀਂ ਮੁੱਕਣੀ। ਮਾਇਆ ਨੇ ਹਰ ਵੇਲੇ ਸਾਨੂੰ ਕੁਰਾਹੇ ਪਾ ਕੇ ਭਟਕਾਇਆ ਹੋਇਆ ਹੈ, ਅਸੀਂ ਭਟਕ ਰਹੇ ਹਾਂ। ਇੱਕ ਜੂਨ ਨਹੀਂ, ਕਈ ਜੂਨਾਂ ਵਿੱਚ ਭਟਕ ਰਹੇ ਹਾਂ। ਕਦੋਂ ਦੇ ਭਟਕ ਰਹੇ ਹਾਂ ਸਾਨੂੰ ਆਪ ਨਹੀਂ ਪਤਾ। ਅਸੀਂ ਅੰਦਰੋਂ ਜਿੰਦ ਕਰਕੇ ਕਦੋਂ ਦੇ ਭਟਕਦੇ ਪਏ ਹਾਂ ਸਾਨੂੰ ਆਪ ਨਹੀਂ ਪਤਾ। ਇਸ ਲਈ ਸਭ ਕਹਿੰਦੇ ਇਹ ਸ਼ਬਦ ਤੋਂ ਬਿਨਾ ਭਟਕਣਾ ਨਹੀਂ ਤੁਹਾਡੀ ਮੁੱਕਣੀ, ਤੇ ਤੁਹਾਡੇ ਵਿੱਚੋਂ ਹਉਮੈ ਨਹੀਂ ਨਾਸ਼ ਹੋਣਾ, ਇਹ ਬਿਮਾਰੀ ਖਤਮ ਨਹੀਂ ਹੋਣੀ। ਜਾਂ ਇਦਾਂ ਕਹਿ ਲਓ ਕਿ ਇਸ ਮਾਇਆ ਨੇ ਤ੍ਰੈ ਗੁਣੀ, ਰਜ ਗੁਣ, ਤਮ ਗੁਣ, ਸਤ ਗੁਣ, ਇਸ ਤ੍ਰੈ ਗੁਣੀ ਮਾਇਆ ਨੇ ਜਿਹੜਾ ਸਾਡੇ ਮਨ ਤੇ ਅਸਰ ਪਾਇਆ ਹੋਇਆ ਨਾ, ਸਾਹਿਬ ਜੀ ਕਹਿੰਦੇ ਨੇ ਇਹਦੇ ਨਾਲ ਹੋਰ ਕਿੰਨੀਆਂ ਬਿਮਾਰੀਆਂ ਲੱਗੀਆਂ ਨੇ। ਸਰੀਰ ਕਰਕੇ ਤੇ ਤੁਸੀਂ ਸਾਰੇ ਹੀ ਜਾਣਦੇ ਹੋ ਵੀ ਇੱਕ ਵੱਡੀ ਬਿਮਾਰੀ ਕਿਤੇ ਲੱਗ ਜਾਏ ਨਾ, ਤੇ ਉਹਨੂੰ ਜੇ ਸਮੇਂ ਸਿਰ ਕੰਟਰੋਲ ਨਾ ਕੀਤਾ ਜਾਏ ਤੇ ਡਾਕਟਰ ਕਹਿੰਦੇ ਨੇ ਇਹਦੇ ਨਾਲ ਕਈ ਬਿਮਾਰੀਆਂ ਹੋਰ ਲੱਗ ਸਕਦੀਆਂ ਨੇ। ਇਹਨਾਂ ਤੇ ਆਪਾਂ ਸਾਰੇ ਸਮਝਦੇ ਹਾਂ ਵੀ ਜੇ ਕੋਈ ਭਿਆਨਕ ਵੱਡੀ ਬਿਮਾਰੀ ਸਰੀਰ ਨੂੰ ਲੱਗ ਜਾਏ, ਸਮੇਂ ਸਿਰ ਉਹਦਾ ਇਲਾਜ ਨਾ ਹੋਵੇ, ਸਮੇਂ ਸਿਰ ਕੋਈ ਦਵਾਈ ਨਾ ਲਈ ਜਾਏ, ਤੇ ਫਿਰ ਕੀ ਹੁੰਦਾ ਹੈ, ਉਹਦੇ ਨਾਲ ਕਈ ਹੋਰ ਬਿਮਾਰੀਆਂ ਪੈਦਾ ਹੋ ਜਾਂਦੀਆਂ। ਫਿਰ ਬੰਦਾ ਕਹਿੰਦਾ ਵੀ ਹੁਣ ਇਹ ਬਿਮਾਰੀ ਦਾ ਇਲਾਜ ਕਰਾਵਾਂ ਕਿ ਉਹਦੀ ਦਾ ਕਰਾਵਾਂ। ਹੁਣ ਅੱਗੇ 10 ਹੋਰ ਬਿਮਾਰੀਆਂ ਲੱਗ ਗਈਆਂ, ਪਹਿਲੇ ਇੱਕ ਸੀ ਹੁਣ 10 ਲੱਗ ਗਈਆਂ, ਹੁਣ ਕਿਹਦਾ ਇਲਾਜ ਕਰਾਵਾਂ। ਕਈ ਇਨਸਾਨ ਰੋਂਦੇ ਨੇ, ਰੋਂਦੇ। ਉਹ ਕਹਿੰਦੇ ਅਸੀਂ ਸਵੇਰ ਤੋਂ ਰਾਤ ਤੱਕ ਉਨਾ ਭੋਜਨ ਨਹੀਂ ਖਾਂਦੇ ਜਿੰਨੀ ਦਵਾਈ ਖਾਂਦੇ ਆ। ਉਨਾ ਅੰਨ ਨਹੀਂ ਸਾਡੇ ਅੰਦਰ ਜਾਂਦਾ ਭੋਜਨ ਜਿੰਨਾ ਅਸੀਂ ਦਵਾਈ ਸਾਡੇ ਅੰਦਰ ਜਾਂਦੀ ਹੈ। ਅਸੀਂ ਤੇ ਬੁਰਾ ਹਾਲ ਹੋਇਆ ਪਿਆ, ਸਿਰ ਦੀ ਦਵਾਈ ਹੋਰ ਖਾਂਦੇ ਆ, ਪੇਟ ਦੀ ਦਵਾਈ ਹੋਰ ਖਾਂਦੇ ਆ, ਹਾਰਟ ਦੀ ਦਵਾਈ ਹੋਰ ਖਾਂਦੇ ਆ, ਸ਼ੂਗਰ ਦੀ ਵੱਖਰੀ ਹੈ, ਬਲੱਡ ਪ੍ਰੈਸ਼ਰ ਦੀ ਵੱਖਰੀ, ਪਤਾ ਹੀ ਨਹੀਂ ਕਿੰਨੀਆਂ ਬਿਮਾਰੀਆਂ ਨੇ। ਵੱਖਰੀਆਂ ਵੱਖਰੀਆਂ ਉਹਦੀਆਂ ਦਵਾਈਆਂ ਨੇ, ਅੱਧੇ ਘੰਟੇ ਬਾਅਦ ਖਾਣੀਆਂ ਪੈਂਦੀਆਂ। ਇੱਕ ਇੱਕ ਬਿਮਾਰੀ ਦੀ ਵੱਖਰੀ ਵੱਖਰੀ ਦਵਾਈ ਖਾਣੀ ਪੈਂਦੀ ਹੈ। ਮਹਾਰਾਜ ਕਹਿੰਦੇ ਮਾਇਆ ਨੇ ਜਿੰਨੇ ਰੋਗ ਅੰਦਰ ਲਾ ਦਿੱਤੇ ਨੇ ਤੁਹਾਡੇ, ਜਿੰਨੀਆਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਚੁਗਲੀ, ਕਿੰਨੇ ਰੋਗ ਲਾ ਦਿੱਤੇ ਤੁਹਾਡੇ ਅੰਦਰ। ਇਹਦਾ ਇੱਕੋ ਹੀ ਇਲਾਜ ਹੈ, ਸਰਬ ਰੋਗ ਕਾ ਔਖਦ ਨਾਮ। ਸ਼ਬਦ ਦਾ ਇੱਕ ਅਭਿਆਸ ਕਰੋ, ਉਹ ਸ਼ਬਦ ਦੇ ਅਭਿਆਸ 'ਚ ਸਾਰੀਆਂ ਬਿਮਾਰੀਆਂ ਅੰਦਰੋਂ ਮੁੱਕ ਜਾਣਗੀਆਂ ਜਿਹੜੀਆਂ ਮਨ ਨੂੰ ਲੱਗੀਆਂ ਹੋਈਆਂ ਨੇ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਜ਼ੁਬਾਨ ਤੇ ਮਾਇਆ ਸ਼ਬਦ ਆਉਂਦਾ ਹੈ ਤੇ ਮਾਇਆ ਨੂੰ ਕਰੰਸੀ ਨਾਲ ਨਾ ਜੋੜਿਆ ਕਰੀਏ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਮਾਇਆ ਇਹ ਕਰੰਸੀ ਜਿਹੜੀ ਹੈ ਨਾ, ਇਹਦੇ ਨਾਲ ਨਹੀਂ, ਕਿਉਂਕਿ ਇੰਡੀਆ ਦੀ ਕਰੰਸੀ ਹੋਰ ਹੈ, ਅਮਰੀਕਾ ਦੀ ਕਰੰਸੀ ਹੋਰ ਹੈ, ਕੈਨੇਡਾ ਦੀ ਹੋਰ ਹੈ, ਜਰਮਨ ਦੀ ਹੋਰ ਹੈ, ਪਾਕਿਸਤਾਨ ਦੀ, ਇਹ ਤਾਂ ਬਦਲਦੀਆਂ ਰਹਿਣਗੀਆਂ। ਇਹ ਤੇ ਅਸੀਂ ਬਣਾਈਆਂ ਨੇ, ਇਹ ਕੁਦਰਤ ਉਸ ਰੱਬ ਨੇ ਨਹੀਂ ਬਣਾਈਆਂ, ਇਹ ਕਰੰਸੀ ਸਾਡੀ ਬਣਾਈ। ਇਹਦੇ ਨਾਲ ਇਹਦੀ ਤੁਲਨਾ ਨਹੀਂ ਹੈ। ਜਿਹੜੀ ਮਾਇਆ ਹੈ ਉਹ ਕੁਦਰਤ ਵਿੱਚ ਬਣੀ ਹੈ, ਕਰਤੇ ਨੇ ਬਣਾਈ ਹੈ, ਤ੍ਰੈ ਗੁਣੀ ਮਾਇਆ, ਜਿਹਦੇ ਵਿੱਚੋਂ ਦੀ ਬਚਣ ਵਾਸਤੇ ਸਾਨੂੰ ਇਹ ਸ਼ਬਦ ਵੀ ਦਿੱਤਾ ਹੈ, ਜਿਹਦੇ ਤੋਂ ਬਚਣ ਵਾਸਤੇ, ਜਿਹਨੂੰ ਸਮਝਣ ਵਾਸਤੇ ਵੈਦ ਵੀ ਦਿੱਤਾ। ਡਾਕਟਰ ਕਾਹਦੇ ਲਈ ਹੁੰਦੇ ਨੇ? ਦੱਸਣ ਵਾਸਤੇ ਵੀ ਤੇਰੀ ਅੱਖਾਂ ਨੂੰ ਕੀ ਬਿਮਾਰੀ ਹੈ, ਤੇਰੀ ਚਮੜੀ ਨੂੰ ਕਿਹੜਾ ਰੋਗ ਹੈ, ਤੇਰੇ ਪੇਟ ਵਿੱਚ ਕਿਹੜੀ ਬਿਮਾਰੀ ਹੈ, ਇਹ ਡਾਕਟਰ ਦੱਸਦੇ ਨੇ ਨਾ। ਇਸੇ ਤਰ੍ਹਾਂ ਸਾਨੂੰ ਮਨ ਦੀ ਬਿਮਾਰੀ, ਮਾਇਆ ਦੇ ਹੇਠ ਵਿੱਚ ਕਿੰਨਾ ਜੀ ਰਹੇ ਆ, ਇਹ ਸਾਨੂੰ ਵੈਦ ਦੱਸਦਾ ਹੈ। ਮੇਰਾ ਵੈਦ ਗੁਰੂ ਗੋਬਿੰਦਾ। ਤੇ ਕੇਵਲ ਦੱਸਦਾ ਨਹੀਂ, ਉਹ ਕਿਸੇ ਹੋਰ ਕੋਲ ਵੀ ਨਹੀਂ ਭੇਜਦਾ ਵੀ ਮੈਂ ਤੇ ਅੱਖਾਂ ਦਾ ਡਾਕਟਰ ਹਾਂ, ਮੈਂ ਕੰਨਾਂ ਦਾ ਇਲਾਜ ਨਹੀਂ ਕਰ ਸਕਦਾ, ਮੈਂ ਤੇ ਚਮੜੀ ਦਾ ਡਾਕਟਰ ਹਾਂ, ਮੈਂ ਤੇਰੀ ਅੱਖਾਂ ਦਾ ਇਲਾਜ ਨਹੀਂ ਕਰ ਸਕਦਾ। ਨਹੀਂ, ਇਹ ਉਹ ਗੁਰੂ ਹੈ ਜਿਹੜਾ ਸਰਬ ਰੋਗ ਕਾ ਔਖਦ ਨਾਮ ਦੇਣ ਵਾਲਾ ਹੈ। ਸਾਹਿਬ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ,
ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਉਹ ਫੰਦਾ ਹੀ ਕੱਟ ਕੇ ਰੱਖ ਦਿੰਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਨੇ ਕਿ ਮਾਇਆ ਨੇ ਕੀ ਕੀਤਾ? ਮਾਇਆ ਨੇ ਦੁਬਿਧਾ ਪੈਦਾ ਕਰ ਦਿੱਤੀ, ਹਉਮੈ ਦੇ ਕਰਮ ਕਰਵਾ ਦਿੱਤੇ, ਭਟਕਣਾ ਸਾਡੇ ਜੀਵਨ ਵਿੱਚ ਲਾ ਦਿੱਤੀ। ਹੁਣ ਇਹ ਸਭ ਕੁਝ ਮੁੱਕੇਗਾ ਕਿਵੇਂ? ਬਿਨ ਸ਼ਬਦੈ ਭਰਮ ਨ ਚੁਕਈ, ਨਾ ਵਿੱਚੋਂ ਹਉਮੈ ਜਾਏ। ਮਹਾਰਾਜ ਕਹਿੰਦੇ ਸ਼ਬਦ ਦੇ ਅਭਿਆਸ ਤੋਂ ਬਿਨਾਂ ਗੱਲ ਨਹੀਂ ਬਣਨੀ। ਸ਼ਬਦ ਦਾ ਅਭਿਆਸ ਕਰੋਗੇ, ਭਟਕਣਾ ਮੁੱਕੇਗੀ, ਦੁਬਿਧਾ ਮੁੱਕੇਗੀ। ਸ਼ਬਦ ਦਾ ਅਭਿਆਸ ਕਰੋਗੇ ਤਾਂ ਇਹ ਹਉਮੈ ਤੁਹਾਡੇ ਅੰਦਰੋਂ ਹੰਕਾਰ ਚਲਾ ਜਾਵੇਗਾ। ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸ਼ਬਦ ਥਾਏ ਨਾ ਪਾਏ। ਸ਼ਬਦੇ ਹਉਮੈ ਮਾਰੀਐ, ਮਾਇਆ ਕਾ ਭ੍ਰਮ ਜਾਏ। ਨਾਮ ਪਦਾਰਥ ਪਾਈਐ, ਗੁਰਮੁਖ ਸਹਿਜ ਸੁਭਾਏ। ਇਸ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਵੀ ਬਿਨ ਪ੍ਰੀਤੀ ਭਗਤ ਨਾ ਹੋਵਈ। ਪ੍ਰੀਤੀ ਦਾ ਅਰਥ ਹੈ ਪ੍ਰੇਮ। ਪ੍ਰੇਮ ਤੋਂ ਬਿਨਾਂ ਭਗਤੀ ਨਹੀਂ, ਭਾਵਨਾ ਤੋਂ ਬਿਨਾਂ ਕਹਿੰਦੇ ਭਗਤੀ ਨਹੀਂ ਹੋ ਸਕਦੀ। ਬਿਨ ਸ਼ਬਦੈ ਥਾਏ ਨਾ ਪਾਏ, ਤੇ ਸ਼ਬਦ ਤੋਂ ਬਿਨਾਂ ਤੇਰਾ ਅੰਦਰ ਟਿਕਾ ਨਹੀਂ ਬਣ ਸਕਦਾ, ਤੂੰ ਆਪਣੇ ਮੁਕਾਮ ਤੇ ਨਹੀਂ ਪਹੁੰਚ ਸਕਦਾ। ਸ਼ਬਦ ਨੇ ਹੀ ਸਾਡੇ ਅੰਦਰ ਪ੍ਰੀਤ ਦਾ ਜਾਗ ਲਾਉਣਾ ਹੈ, ਸਾਡੇ ਅੰਦਰ ਸੱਚੀ ਪ੍ਰੀਤ ਪੈਦਾ ਹੋਣੀ ਹੈ। ਸ਼ਬਦ ਰਾਹੀਂ ਹੀ ਸੱਚੀ ਪ੍ਰੀਤ ਤੇ ਉਹਦੇ ਰਾਹੀਂ ਸਾਡੇ ਅੰਦਰ ਭਗਤੀ ਦਾ ਜਾਗ ਲੱਗਣਾ ਹੈ। ਇਸ ਲਈ ਸ਼ਬਦ ਦਾ ਅਭਿਆਸ ਹੀ ਸਾਡੇ ਅੰਦਰ ਇਹ ਜਿਹੜੀ ਹੈ ਕਲਾ ਵਰਤਾਵੇਗਾ। ਸਾਹਿਬ ਕਹਿੰਦੇ ਬਿਨ ਸ਼ਬਦ ਹੈ, ਸ਼ਬਦ ਤੋਂ ਬਿਨਾਂ ਗੱਲ ਨਹੀਂ ਬਣਨੀ। ਤੇ ਇਸ ਲਈ ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸ਼ਬਦ ਹੈ ਥਾਏ ਨਾ ਪਾਏ। ਸ਼ਬਦੇ ਹਉਮੈ ਮਾਰੀ ਹੈ, ਸ਼ਬਦ ਦੇ ਦੁਆਰਾ ਹੀ ਅੰਦਰ ਦੇ ਹਉਮੈ ਨੂੰ ਮਾਰਿਆ ਜਾ ਸਕਦਾ ਹੈ। ਮਾਇਆ ਕਾ ਭ੍ਰਮ ਜਾਏ, ਤੇ ਮਾਇਆ ਦਾ ਜਿਹੜਾ ਅੰਦਰ ਭਰਮ ਬਣਿਆ, ਭਟਕਣਾ ਬਣੀਆਂ, ਉਹ ਵੀ ਕਹਿੰਦੇ ਨੇ ਇਸ ਸ਼ਬਦ ਦੇ ਰਾਹੀਂ ਹੀ ਦੂਰ ਹੋਣੀ ਹੈ। ਇਸ ਲਈ ਨਾਮ ਪਦਾਰਥ ਪਾਈ ਹੈ, ਗੁਰਮੁਖ ਸਹਿਜ ਸੁਭਾਏ। ਜਿਨ੍ਹਾਂ ਨੇ ਗੁਰੂ ਦੇ ਦੁਆਰਾ, ਗੁਰੂ ਸਾਹਿਬ ਜੀ ਦੇ ਰਾਹੀਂ ਨਾਮ ਦਾ ਪਦਾਰਥ ਪਾ ਲਿਆ, ਉਹਨਾਂ ਅੰਦਰ ਫਿਰ ਸੁਭਾਏ ਸੱਚਾ ਪ੍ਰੇਮ ਪੈਦਾ ਹੋਇਆ, ਸੱਚੀ ਭਾਵਨਾ ਪੈਦਾ ਹੋਈ। ਉਸ ਸੱਚੀ ਭਾਵਨਾ ਵਿੱਚ ਉਹਨਾਂ ਅੰਦਰ ਸਹਿਜ ਅਡੋਲਤਾ, ਉਹ ਆਤਮਿਕ ਅਡੋਲਤਾ ਦੇ ਮਾਲਕ ਹੋ ਜਾਂਦੇ ਨੇ, ਜਿਹੜੇ ਗੁਰੂ ਕੋਲੋਂ, ਗੁਰੂ ਦੁਆਰਾ ਸ਼ਬਦ ਲੈ ਕੇ ਤੇ ਨਾਮ ਦਾ ਪਦਾਰਥ ਲੈ ਕੇ ਉਹਦਾ ਅਭਿਆਸ ਕਰਦੇ ਨੇ। ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦੇ ਨੇ, ਆਪਣੇ ਅੰਦਰ ਦੀ ਭਟਕਣਾ ਨੂੰ ਖਤਮ ਕਰ ਲੈਂਦੇ ਨੇ, ਔਰ ਉਹਨਾਂ ਦਾ ਆਤਮਿਕ ਅਡੋਲਤਾ ਵਾਲਾ ਜੀਵਨ ਬਣ ਜਾਂਦਾ ਹੈ। ਬਿਨ ਗੁਰ ਗੁਣ ਨਾ ਜਪਣੀ, ਬਿਨ ਗੁਣ ਭਗਤ ਨਾ ਹੋਏ। ਭਗਤ ਵਸ਼ਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਨਾਨਕ ਸ਼ਬਦੇ ਹਰ ਸਲਾਹੀਐ, ਕਰਮ ਪ੍ਰਾਪਤ ਹੋਏ। ਇਸ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਗੱਲ ਕਲੀਅਰ ਕਰਦੇ ਨੇ ਕਿ ਜਿਹੜਾ ਗੁਰੂ ਸਾਹਿਬ ਜੀ ਨੇ ਸ਼ਬਦ ਵਿੱਚ ਗੁਣ ਦਿੱਤੇ ਆ ਨਾ, ਉਸ ਗੁਣਾਂ ਦੀ ਕਦਰ ਵੀ ਗੁਰੂ ਤੋਂ ਬਿਨਾਂ ਨਹੀਂ ਹੋਣੀ। ਆ ਗੁਰਬਾਣੀ ਦਿੱਤੀ ਹੈ ਸਾਨੂੰ, ਤੇ ਗੁਰਬਾਣੀ ਦੀ ਕਦਰ ਕਦੋਂ ਹੋਏਗੀ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਾਂਗੇ, ਜਦੋਂ ਗੁਰੂ ਸਾਹਿਬ ਦੇ ਦਰ ਨਾਲ ਜੁੜਾਂਗੇ। ਜਿਹੜੇ ਗੁਰੂ ਦੇ ਦਰ ਨਾਲ ਨਹੀਂ ਜੁੜੇ, ਉਹ ਗੁਰਬਾਣੀ ਦੀ ਕਦਰ ਕਰ ਹੀ ਨਹੀਂ ਸਕਦੇ, ਗੁਰਬਾਣੀ ਨੂੰ ਸਮਝ ਹੀ ਨਹੀਂ ਸਕਦੇ। ਇਸ ਲਈ ਸਾਹਿਬ ਜੀ ਨੇ ਆਖਿਆ, ਸਾਹਿਬ ਜੀ ਕਹਿੰਦੇ ਨੇ ਬਿਨ ਗੁਰ ਗੁਣ ਨਾ ਜਪਨੀ। ਗੁਰੂ ਤੋਂ ਬਿਨਾਂ ਸ਼ੁਭ ਗੁਣਾਂ ਦੀ ਕਦਰ ਵੀ ਨਹੀਂ ਹੋਣੀ। ਤੇ ਧਿਆਨ ਰੱਖਿਓ, ਜੇ ਸ਼ੁਭ ਗੁਰੂ ਕੋਲੋਂ ਸ਼ੁਭ ਗੁਣ ਨਹੀਂ ਲਓਗੇ, ਫਿਰ ਬਿਨ ਗੁਣ ਭਗਤ ਨਾ ਹੋਏ। ਤੇ ਉਸ ਸ਼ੁਭ ਗੁਣ ਤੋਂ ਬਿਨਾਂ ਭਗਤੀ ਕੋਈ ਨਹੀਂ ਹੋਣੀ। ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ, ਸ਼ੁਭ ਗੁਣਾਂ ਤੋਂ ਬਿਨਾਂ। ਕਦੀ ਅਵਗਣ ਵਾਲਿਆਂ ਨੇ ਵੀ ਭਗਤੀ ਕੀਤੀ ਹੈ, ਬੁਰਿਆਈ ਦੀ ਦਲਦਲ ਵਿੱਚ ਫਸੀਆਂ ਹੋਇਆਂ ਨੇ ਵੀ ਕਦੀ ਭਗਤੀ ਕੀਤੀ ਹੈ।
ਭਗਤੀ ਉਹਨਾਂ ਨੇ ਕੀਤੀ ਜਿਨ੍ਹਾਂ ਕੋਲ ਸ਼ੁਭ ਗੁਣ ਨੇ। ਅਸੀਂ ਅਵਗੁਣ ਛੱਡ ਕੇ ਸ਼ੁਭ ਗੁਣ ਗੁਰੂ ਦੇ ਦਰ ਤੇ ਆ ਕੇ ਗ੍ਰਹਿਣ ਕਰਨੇ, ਫਿਰ ਭਗਤੀ ਦਾ ਜਾਗ ਲੱਗਣਾ ਹੈ। ਇਸ ਲਈ ਗੁਰੂ ਤੋਂ ਬਿਨਾਂ ਸ਼ੁਭ ਗੁਣਾਂ ਦਾ ਜਾਪ ਨਹੀਂ ਹੋਏਗਾ ਤੇ ਸ਼ੁਭ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋਏਗੀ। ਭਗਤ ਵਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰੂ ਕੋਲੋਂ ਸ਼ੁਭ ਗੁਣ ਲਏ, ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕੀਤਾ, ਭਗਤੀ ਦਾ ਜਾਗ ਅੰਦਰ ਲਾ ਲਿਆ। ਭਗਤ ਵਛਲ, ਉਹ ਭਗਤੀ ਨੂੰ ਪਿਆਰ ਕਰਨ ਵਾਲਾ। ਪਰਮੇਸ਼ਵਰ ਕਿਹਨੂੰ ਪਿਆਰ ਕਰਦੇ ਆ? ਭਗਤੀ ਕਰਨ ਵਾਲਿਆਂ ਨੂੰ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਜਿਹਦੇ ਅੰਦਰ ਹਉਮੈ ਹੰਕਾਰ ਹੈ ਹੀ ਕੋਈ ਨਹੀਂ ਹੈ, ਜਿਹਦੇ ਅੰਦਰ ਬਸ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ ਵਾਲੀ ਖੇਡ ਹੈ, ਉਹ ਭਗਤ ਵਛਲ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨ ਵਾਲਾ ਹੈ। ਹਰ ਮਨ ਵਸਿਆ, ਉਹ ਫਿਰ ਆਪੇ ਹੀ ਭਗਤੀ ਨੂੰ ਪਿਆਰ ਕਰਨ ਵਾਲਿਆਂ ਦੇ ਮਨ ਵਿੱਚ ਵਸ ਜਾਂਦਾ ਹੈ। ਤੇ ਜਿਨ੍ਹਾਂ ਦੇ ਮਨ ਵਿੱਚ ਵਸਦਾ ਹੈ ਫਿਰ ਸੁਤੇ ਸੁਭਾਅ ਕਹਿੰਦੇ ਨੇ ਉਹ ਆਪ ਹੀ ਉਹਨਾਂ ਨੂੰ ਆ ਕੇ ਮਿਲ ਲੈਂਦਾ ਹੈ। ਸਾਰੀ ਦੁਨੀਆ ਰੱਬ ਨੂੰ ਲੱਭਦੀ ਫਿਰਦੀ ਹੈ ਤੇ ਰੱਬ ਕਿਹਨਾਂ ਨੂੰ ਮਿਲਦਾ ਹੈ? ਜਿਹੜੇ ਭਗਤੀ ਕਰਨ ਵਾਲੇ ਨੇ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਬਾਬਾ ਫਰੀਦ ਸਾਹਿਬ ਕਹਿੰਦੇ ਕਿਉਂ ਐਵੇਂ ਰੱਬ ਨੂੰ ਲੱਭਣ ਲਈ ਤੁਰਿਆ ਫਿਰਦਾ ਹੈ? ਤੂੰ ਆਪਣਾ ਭਾਂਡਾ ਕਿਉਂ ਨਹੀਂ ਸਾਫ਼ ਕਰ ਲੈਂਦਾ? ਭਾਂਡਾ ਸਾਫ਼ ਕਰਕੇ ਪ੍ਰੇਮਾ ਭਗਤੀ ਦਾ ਜਾਗ ਲਾ, ਆਪੇ ਹੀ ਤੈਨੂੰ ਉਹਨੇ ਮਿਲ ਪੈਣਾ। ਆਪ ਸਵਾਰੈ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਇਸ ਲਈ ਸਭ ਕਹਿੰਦੇ ਉਹ ਭਗਤੀ ਨੂੰ ਪਿਆਰ ਕਰਨ ਵਾਲਾ ਉਹ ਆਪ ਹੀ ਆ ਕੇ ਪਿਆਰਿਆਂ ਨੂੰ ਮਿਲ ਪੈਂਦਾ ਹੈ। ਇਸ ਲਈ ਨਾਨਕ ਗੁਰੂ ਅਮਰਦਾਸ ਜੀ ਕਹਿੰਦੇ ਨੇ ਸ਼ਬਦੇ ਹਰ ਸਾ ਲਾਹੀ ਹੈ, ਸ਼ਬਦ ਰਾਹੀਂ ਉਹਦੀ ਸਿਫਤ ਸਲਾਹ ਵਿੱਚ ਜੁੜੋ, ਸ਼ਬਦ ਵਿੱਚ ਉਹਦੇ ਗੁਣ ਗਾਓ, ਕਰਮ ਪ੍ਰਾਪਤ ਹੋਏ, ਉਹਦੀ ਬਖਸ਼ਿਸ਼ ਦੁਆਰਾ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਏਗੀ ਤੇ ਤੁਹਾਡਾ ਇਹ ਮਨੁੱਖਾ ਜਨਮ ਲੇਖੇ ਲੱਗ ਜਾਏਗਾ, ਤੁਹਾਡਾ ਇਹ ਮਨੁੱਖਾ ਜਨਮ ਸਫਲ ਹੋ ਜਾਏਗਾ। ਦੋ ਗੱਲਾਂ ਸਮਝਣੀਆਂ, ਇੱਕ ਤਾਂ ਗੁਰੂ ਦੇ ਸ਼ਬਦ ਤੋਂ ਬਿਨਾਂ ਗੱਲ ਨਹੀਂ ਬਣਨੀ, ਤੇ ਦੂਜਾ ਅਸੀਂ ਮਾਇਆ ਦੇ ਪ੍ਰਭਾਵ ਹੇਠ ਜੀ ਰਹੇ ਹਾਂ, ਉਹਦੇ ਵਿੱਚੋਂ ਦੀ ਜੇ ਨਿਕਲਣਾ ਹੈ, ਮਾਇਆ ਦਾ ਮੋਹ ਜੇ ਮੁਕਾਉਣਾ ਹੈ ਤਾਂ ਗੁਰੂ ਵਾਲੇ ਬਣੋ, ਗੁਰੂ ਦਰ ਨਾਲ ਜੁੜੋ, ਬਾਣੀ ਦਾ ਅਭਿਆਸ ਕਰੋ ਤੇ ਅਰਦਾਸ ਕਰੋ। ਫਿਰ ਇੱਕ ਦਿਨ ਸਾਡੇ ਜੀਵਨ ਵਿੱਚ ਇਹ ਸਾਰੀਆਂ ਬਖਸ਼ਿਸ਼ਾਂ ਤੇ ਬਰਕਤਾਂ ਸਾਨੂੰ ਪ੍ਰਾਪਤ ਹੋ ਜਾਣਗੀਆਂ। ਅਰਦਾਸ ਕਰਦੇ ਰਹੀਏ ਤੇ ਸ਼ਬਦ ਦਾ ਅਭਿਆਸ ਕਰਦੇ ਰਹੀਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ, ਪਰਿਆ ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਰਾਹੀਂ ਇਹ ਸਮਝਾਇਆ ਕਿ ਗੁਰੂ ਦਰ ਤੇ ਦਾਸਰਿਆਂ ਦੇ ਵੀ ਦਾਸ, ਸੇਵਕਾਂ ਦੇ ਸੇਵਕ ਭਾਵ ਇੰਨੀ ਨਿਮਰਤਾ ਮਨ ਵਿੱਚ ਰੱਖ ਕੇ ਸ਼ਬਦ ਦਾ ਅਭਿਆਸ ਕਰੋ। ਫਿਰ ਇੱਕ ਦਿਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਬਣ ਸਕੇਗਾ। ਵਾਹਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ
ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਬਿਨ ਗੁਰ ਗੁਣ ਨਾ ਜਪਨੀ, ਬਿਨ ਗੁਣ ਭਗਤ ਨਾ ਹੋਏ। ਭਗਤ ਵਸ਼ਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਨਾਨਕ ਸ਼ਬਦੇ ਹਰ ਸਲਾਹੀਐ, ਕਰਮ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।